ਹੈਲੋ ਫਰੈਂਡਸ, ਹਾਈ-ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਬੁੱਕ ਦੇ ਵਿੱਚੋਂ ਹਿਸਟਰੀ ਦਾ ਸੈਕੰਡ ਲੈਸਨ ਕਵਰ ਕਰਾਂਗੇ, ਜਿਸ ਦਾ ਨਾਂ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਹਾਂਜੀ, ਇਹਦੇ ਵਿੱਚ ਮੈਂ ਤੁਹਾਨੂੰ ਪੂਰੇ ਲੈਸਨ ਦਾ ਜਿਹੜਾ ਹੈਗਾ ਅਧਿਐਨ ਕਰਵਾਉਂਗੀ ਅਤੇ ਇੰਪੋਰਟੈਂਟ ਫੈਕਟ ਆ ਜਿਹੜੇ ਉਹ ਅੰਡਰਲਾਈਨ ਕਰਵਾਉਂਗੀ। ਤਾਂ ਉਹ ਇਸ ਨੂੰ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ। ਸਭ ਤੋਂ ਪਹਿਲਾਂ ਉਹਨਾਂ ਦਾ ਜਨਮ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? 1469 ਈਸਵੀ ਵਿੱਚ। ਉਹਨਾਂ ਦੇ ਜੀਵਨ ਕਾਲ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਬਹੁਤ ਚੰਗੀ ਨਹੀਂ ਸੀ। ਇੱਥੋਂ ਦੇ ਹਾਕਮ ਕਮਜ਼ੋਰ ਅਤੇ ਆਪਸੀ ਫੁੱਟ ਦਾ ਸ਼ਿਕਾਰ ਸਨ। ਪੰਜਾਬ ਉੱਤੇ ਬਾਹਰੀ ਹਮਲੇ ਹੋ ਰਹੇ ਸਨ। ਉਸ ਸਮੇਂ ਦੇ ਹਾਕਮਾਂ ਵਿੱਚ ਧਾਰਮਿਕ ਕੱਟੜਤਾ ਸੀ। ਹਿੰਦੂ ਸਮਾਜ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਇਸਤਰੀ ਦੀ ਹਾਲਤ ਬੜੀ ਮਾੜੀ ਸੀ। ਦੇਖੋ, ਮੇਨ ਫੈਕਟ ਇਹ ਹੈ ਕਿ ਹਿੰਦੂ ਸਮਾਜ ਜਿਹੜਾ ਸੀਗਾ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਉਸ ਸਮੇਂ ਦੀਆਂ ਜਿਹੜੀਆਂ ਇਸਤਰੀਆਂ ਸੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ। ਲੋਕਾਂ ਦਾ ਜਿਹੜਾ ਸਦਾਚਾਰ ਸੀ ਉਹ ਡਿੱਗ ਚੁੱਕਾ ਸੀ ਅਤੇ ਉਹ ਫਜ਼ੂਲ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸੀਗੇ। ਇਹ ਸਾਰੀਆਂ ਜਿਹੜੀਆਂ ਬੁਰਾਈਆਂ ਸੀਗੀਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਵਿੱਚ ਫੈਲੀਆਂ ਹੋਈਆਂ ਸੀ। ਅੱਗੇ ਇਹਨਾਂ ਨੂੰ ਡਿਟੇਲ 'ਚ ਪੜ੍ਹਦੇ ਹਾਂ। ਰਾਜਨੀਤਿਕ ਅਵਸਥਾ ਕਿ ਉਸ ਟਾਈਮ ਦੇ ਜਿਹੜੇ ਰਾਜੇ ਸੀ ਜਾਂ ਜਿਹੜੀ ਰਾਜਨੀਤਿਕ ਅਵਸਥਾ ਸੀ ਕਿਹੋ ਜਿਹੀ ਸੀ, ਉਹ ਲੋਕਾਂ ਨਾਲ ਕਿੱਦਾਂ ਦਾ ਬਿਹੇਵ ਕਰਦੇ ਸੀ, ਆਪਣੀ ਜਨਤਾ ਦੇ ਨਾਲ ਦੇਖਦੇ ਹਾਂ। ਲੋਧੀ ਸੁਲਤਾਨਾ ਅਧੀਨ ਪੰਜਾਬ। ਉਸ ਸਮੇਂ ਦੇ ਜਿਹੜੇ ਪੰਜਾਬ ਦੇ ਰਾਜੇ ਸੀਗੇ ਉਹ ਲੋਧੀ ਵੰਸ਼ ਦੇ ਸੀਗੇ। ਸਭ ਤੋਂ ਪਹਿਲਾਂ ਹੈ ਬਹਿਲੋਲ ਲੋਧੀ, ਜਿਹਦਾ ਟਾਈਮ ਪੀਰੀਅਡ ਹੈਗਾ 1450 ਈਸਵੀ ਤੋਂ ਲੈ ਕੇ 1499 ਈਸਵੀ ਦੇ ਵਿੱਚ ਰਿਹਾ। ਇਸ ਨੂੰ ਦੇਖਦੇ ਹਾਂ ਅੱਗੇ। ਦਿੱਲੀ ਦਾ ਸਮਰਾਟ ਬਣਨ ਉਪਰੰਤ ਬਹਿਲੋਲ ਖਾਂ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਅਤੇ ਸ਼ਹਿਜ਼ਾਦਾ ਨਿਜ਼ਾਮ ਖਾਂ ਸਿਕੰਦਰ ਲੋਧੀ ਨੂੰ ਸਰਹੰਦ ਦਾ ਨਾਜ਼ਿਮ ਬਣਾਇਆ। ਦੇਖੋ, ਪੰਜਾਬ ਦਾ ਜਿਹੜਾ ਸੀਗਾ ਨਾਜ਼ਿਮ ਉਹ ਕੌਣ ਸੀਗਾ? ਤਤਾਰ ਖਾਂ, ਬਹਿਲੋਲ ਲੋਧੀ ਦੇ ਟਾਈਮ 'ਚ। ਅਤੇ ਜਿਹੜਾ ਸਰਹੰਦ ਦਾ ਸੀ ਉਹ ਸੀਗਾ ਸਿਕੰਦਰ ਲੋਧੀ। ਇੱਥੇ ਆਪਾਂ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਸਿਕੰਦਰ ਸੀਗਾ ਨਾ, ਸਿਕੰਦਰ ਲੋਧੀ, ਉਹਦਾ ਪਹਿਲਾ ਨਾਮ ਕੀ ਸੀ? ਨਿਜ਼ਾਮ ਖਾਨ ਸੀਗਾ। ਬਹਿਲੋਲ ਲੋਧੀ ਨੇ ਸ਼ੇਖ ਯੂਸਫ ਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕਰਨ ਦਾ ਫੈਸਲਾ ਕੀਤਾ ਅਤੇ ਤਤਾਰ ਖਾਂ ਅਤੇ ਆਪਣੇ ਪੁੱਤਰ ਬਾਰਬਕ ਸ਼ਾਹ ਨੂੰ ਉਸ ਦੀ ਸਹਾਇਤਾ ਲਈ ਮੁਲਤਾਨ ਜਾਣ ਦਾ ਹੁਕਮ ਦਿੱਤਾ। ਦੇਖੋ, ਕਿਹਨੂੰ? ਸ਼ੇਖ ਯੂਸਫ ਨੂੰ ਮੁਲਤਾਨ ਦਾ ਬਣਾਉਣਾ ਚਾਹੁੰਦਾ ਸੀ ਅਤੇ ਨਾਲ ਹੀ ਉਹਦੀ ਹੈਲਪ ਲਈ ਕਿਹਨੂੰ ਭੇਜਣਾ ਚਾਹੁੰਦਾ ਸੀ? ਤਤਾਰ ਖਾਂ ਨੂੰ ਅਤੇ ਆਪਣੇ ਪੁੱਤਰ ਬਾਰਬਕ ਸ਼ਾਹ ਨੂੰ। ਪਰ ਹੁਸੈਨ ਨੇ ਸ਼ਾਹੀ ਫੌਜਾਂ ਨੂੰ ਹਰਾ ਦਿੱਤਾ ਸੀ। ਇਸ ਪ੍ਰਕਾਰ ਦੱਖਣੀ ਪੰਜਾਬ ਦਾ ਜਿਹੜਾ ਉਪ ਪ੍ਰਾਂਤ ਸੀਗਾ ਬਹਿਲੋਲ ਲੋਧੀ ਦੇ ਹੱਥੋਂ ਜਾਂਦਾ ਰਿਹਾ। ਮੁਲਤਾਨ ਦੀ ਸੁਤੰਤਰਤਾ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਨਾਜ਼ਿਮ ਤਤਾਰ ਖਾਂ ਨੇ ਵੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਦੇਖੋ, ਜਦੋਂ ਹੁਸੈਨ ਜਿਹੜਾ ਸੀ ਉਹਨੇ ਸੁਤੰਤਰਤਾ ਦਾ ਐਲਾਨ ਕਰਤਾ ਅਤੇ ਨਾਲ ਹੀ ਨਾਲ ਜਿਹੜਾ ਪੰਜਾਬ ਦਾ ਤਤਾਰ ਖਾਂ ਸੀ ਉਹਨੇ ਵੀ ਆਪਣੇ ਆਪ ਨੂੰ ਸੁਤੰਤਰ ਜਿਹੜਾ ਸ਼ਾਸਕ ਦਾ ਐਲਾਨ ਕਰ ਦਿੱਤਾ ਸੀ। ਹੁਣ ਬਹਿਲੋਲ ਲੋਧੀ ਨੇ ਕੀ ਸੀਗਾ ਕਿ ਤਤਾਰ ਖਾਂ ਨੂੰ ਸੋਧਣ ਦੇ ਲਈ ਆਪਣੇ ਪੁੱਤਰ ਨਿਜ਼ਾਮ ਖਾਂ ਯਾਨੀ ਕਿ ਸਿਕੰਦਰ ਲੋਧੀ ਨੂੰ ਪੰਜਾਬ ਭੇਜਿਆ। ਨਿਜ਼ਾਮ ਖਾਂ ਨੇ ਤਤਾਰ ਖਾਂ ਨੂੰ ਕਰਾਰੀ ਹਾਰ ਦਿੱਤੀ ਅਤੇ ਪੰਜਾਬ ਵਿੱਚ ਮੁੜ ਕਿਹਦਾ ਰਾਜ ਸਥਾਪਿਤ ਹੋ ਗਿਆ? ਲੋਧੀ ਵੰਸ਼ ਦਾ ਜਿਹੜਾ ਸੀ ਰਾਜ ਸਥਾਪਿਤ ਹੋ ਗਿਆ ਸੀ। ਅੱਗੇ ਹੈ ਸਿਕੰਦਰ ਲੋਧੀ। ਸਿਕੰਦਰ ਲੋਧੀ ਹੈ ਜਿਹੜਾ ਉਹਦਾ ਰਾਜਕਾਲ ਰਿਹਾ ਵਾ 1499 ਈਸਵੀ ਤੋਂ 1517 ਈਸਵੀ ਤੱਕ। ਬਹਿਲੋਲ ਲੋਧੀ ਦੀ ਮੌਤ ਤੋਂ ਮਗਰੋਂ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ। ਉਹ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਹਾਂਜੀ, ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਹਨੂੰ ਮੰਨਿਆ ਜਾਂਦਾ? ਸਿਕੰਦਰ ਲੋਧੀ ਨੂੰ। ਉਸਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ। ਉਸਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਦੌਲਤ ਖਾਂ ਲੋਧੀ ਨੂੰ ਨਿਯੁਕਤ ਕੀਤਾ। ਦੇਖੋ, ਹੁਣ ਪੰਜਾਬ ਦੇ ਬਿਲਕੁਲ ਸੈਂਟਰ ਦਾ ਜਿਹੜਾ ਨਾਜ਼ਿਮ ਉਹਨੇ ਕਿਹਨੂੰ ਨਿਯੁਕਤ ਕੀਤਾ? ਦੌਲਤ ਖਾਂ ਲੋਧੀ ਨੂੰ। ਉਸ ਦੇ ਪ੍ਰਾਂਤ ਦੀਆਂ ਹੱਦਾਂ ਭੇਰਾ ਯਾਨੀ ਕਿ ਸਰਗੋਧਾ ਤੋਂ ਸਰਹਿੰਦ ਤੱਕ ਸਨ। ਦੀਪਾਲਪੁਰ ਵੀ ਪੰਜਾਬ ਦਾ ਇੱਕ ਤਕੜਾ ਉਪ ਪ੍ਰਾਂਤ ਸੀ। ਹਾਂਜੀ, ਪੰਜਾਬ ਦਾ ਉਸ ਸਮੇਂ ਦਾ ਲੋਧੀ ਵੰਸ਼ ਦਾ ਆਪਾਂ ਕਹਿ ਦਈਏ ਵੀ ਜਿਹੜਾ ਤਕੜਾ ਉਪ ਪ੍ਰਾਂਤ ਸੀ ਕਿਹੜਾ ਸੀਗਾ? ਉਹ ਸੀਗਾ ਦੀਪਾਲਪੁਰ। ਪਰ ਦੁਆਬਾ ਚੱਜ ਵਿੱਚ ਗੱਖੜਾ ਦਾ ਬੋਲਬਾਲਾ ਸੀ। ਗੱਖਣਾ ਇਹ ਇੱਕ ਤਰ੍ਹਾਂ ਦਾ ਕਬੀਲਾ ਸੀ। ਇਹਨਾਂ ਸਭਨਾਂ ਹਾਕਮਾਂ ਵਿੱਚੋਂ ਦੌਲਤ ਖਾਂ ਲੋਧੀ ਦਾ ਪਦ ਜਿਹੜਾ ਸੀ ਉੱਚਾ ਸੀ, ਕਿਉਂਕਿ ਸਿਕੰਦਰ ਲੋਧੀ ਉਸ ਨੂੰ ਲੋਧੀਆਂ ਦੇ ਕਬੀਲੇ ਦੇ 4 ਮੁਖੀ ਸਰਦਾਰਾਂ ਵਿੱਚੋਂ ਇੱਕ ਮੰਨਦਾ ਸੀ। ਦਿੱਲੀ ਦਾ ਲੋਧੀ ਸਮਰਾਟ ਉਹਨਾਂ ਤੋਂ ਕਰ ਵਸੂਲ ਕਰਦਾ ਸੀ ਅਤੇ ਉਹ ਉਹਨਾਂ ਦੇ ਸਥਾਨਕ ਪ੍ਰਬੰਧ ਵਿੱਚ ਦਖਲ ਨਹੀਂ ਸੀ ਦਿੰਦਾ।
ਤਾਂ ਜੋ ਉੱਤਰ ਪੱਛਮ ਸੀਮਾ ਪ੍ਰਾਂਤ ਜਿਹੜਾ ਸੀ ਵਿੱਚ ਹੋਣ ਕਰਕੇ ਉਹ ਕਿਸੇ ਵਿਦੇਸ਼ੀ ਹਾਕਮ ਨਾਲ ਗੱਠਜੋੜ ਨਾ ਕਰ ਲੈਣ। ਠੀਕ ਹੈ, ਇਹਦੇ ਕਰਕੇ ਕੀ ਸੀ ਕਿ ਉਹਨਾਂ ਵਿੱਚ ਇੰਟਰਫੇਅਰ ਨਹੀਂ ਕਰਦਾ ਸੀ, ਸਿਰਫ ਉਹਨਾਂ ਤੋਂ ਟੈਕਸ ਲੈਂਦਾ ਸੀ। ਇਸ ਤਰ੍ਹਾਂ ਸਿਕੰਦਰ ਲੋਧੀ ਸਮੇਂ ਪੰਜਾਬ ਲੋਧੀ ਸਾਮਰਾਜ ਦਾ ਨਾ ਮਾਤਰ ਭਾਗ ਹੀ ਸੀ। ਦੇਖੋ ਇਹਦਾ ਮਤਲਬ ਕੀ ਨਿਕਲਿਆ ਵੀ ਉਹ ਸਿਰਫ ਟੈਕਸ ਲੈਂਦਾ ਸੀਗਾ। ਠੀਕ ਆ, ਉਹਨਾਂ ਵਿੱਚ ਕੋਈ ਇੰਟਰਫੇਅਰ ਨਹੀਂ ਕਰਦਾ ਸੀ। ਤਾਂ ਜਿਹੜਾ ਪੰਜਾਬ ਆਪਾਂ ਕਹਿ ਦਈਏ ਵੀ ਨਾ ਮਾਤਰ ਦਾ ਹੀ ਉਹਨਾਂ ਦੇ ਅੰਡਰ ਸੀਗਾ, ਸ਼ਾਸਨ ਤਾਂ ਆਪਦੀ ਮਰਜ਼ੀ ਨਾਲ ਉਹੀ ਚਲਾਉਂਦੇ ਸੀਗੇ ਜਿਹੜੇ ਉੱਥੋਂ ਦੇ ਇਹਨੇ ਨਾਜ਼ਿਮ ਨਿਯੁਕਤ ਕੀਤੇ ਹੋਏ ਸੀ। ਸਿਕੰਦਰ ਲੋਧੀ ਪਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ। ਉਸ ਦਾ ਫਰਜ਼ ਅਤੇ ਇਨਸਾਫ ਕੇਵਲ ਮੁਸਲਮਾਨਾਂ ਤੱਕ ਹੀ ਸੀਮਿਤ ਸੀ। ਦੇਖੋ ਜਿਹੜਾ ਸਿਕੰਦਰ ਲੋਧੀ ਸੀ ਉਹ ਜਿਹੜਾ ਸੀਗਾ ਇਨਸਾਫ ਕਰਦਾ ਸੀ, ਪਰ ਸਿਰਫ ਕਿਹਨਾਂ ਨਾਲ? ਮੁਸਲਮਾਨਾਂ ਨਾਲ ਹੀ। ਉਹ ਹਿੰਦੂਆਂ ਨੂੰ ਕੀ ਸੀਗਾ? ਨਫ਼ਰਤ ਕਰਦਾ ਸੀ, ਘ੍ਰਿਣਾ ਕਰਦਾ ਸੀ। ਉਹ ਹਿੰਦੂ ਦੇਵੀ ਦੇਵਤਿਆਂ ਦੇ ਜਿਹੜੇ ਬੁੱਤ ਸੀਗੇ ਅਤੇ ਮੰਦਰਾਂ ਨੂੰ ਕੀ ਸੀ? ਤੋੜਨ ਨੂੰ ਜਿਹੜਾ ਸੀ ਆਪਣਾ ਸੁਗਲ ਸਮਝਦਾ ਸੀ। ਉਹ ਕਹਿੰਦਾ ਸੀ ਵੀ ਜਿਹੜੇ ਹਿੰਦੂ ਦੇਵੀ ਦੇਵਤੇ ਆ ਉਹਨਾਂ ਦੇ ਮੰਦਰ ਆ ਜਾਂ ਮੂਰਤੀਆਂ ਨੇ ਉਹਨਾਂ ਨੂੰ ਤੋੜ ਦੇਣਾ ਚਾਹੀਦਾ। ਫਿਰ ਹੈ ਇਬਰਾਹਿਮ ਲੋਧੀ। ਇਹਦਾ ਟਾਈਮ ਪੀਰੀਅਡ ਹੈਗਾ ਵਾ 1517 ਈਸਵੀ ਤੋਂ 1526 ਈਸਵੀ ਤੱਕ। ਸਿਕੰਦਰ ਲੋਧੀ ਤੋਂ ਪਿੱਛੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਉੱਤੇ ਬੈਠਾ। ਉਸ ਵਿੱਚ ਸੂਝ ਅਤੇ ਸਿਆਣਪ ਸੀ। ਉਹ ਇੱਕ ਬਹਾਦਰ ਸਿਪਾਹੀ ਅਤੇ ਕਾਫੀ ਹੱਦ ਤੱਕ ਕਾਮਯਾਬ ਜਰਨੈਲ ਵੀ ਸੀ। ਉਹ ਮਿਹਨਤੀ ਅਤੇ ਇਮਾਨਦਾਰ ਸੀ, ਪਰ ਉਹ ਆਪਣੇ ਸ਼ਾਸਨ ਕਾਲ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ ਸੀਗਾ। ਉਹ ਅੱਗੇ ਦੇਖਦੇ ਹਾਂ ਕਿ ਉਹ ਅਸਫਲ ਕਿਵੇਂ ਰਿਹਾ। ਭਾਵੇਂ ਉਹ ਆਪ ਪਠਾਨ ਸੀ, ਪਰ ਉਹ ਪਠਾਨਾਂ ਦੇ ਸੁਭਾਅ ਅਤੇ ਆਚਰਣ ਨੂੰ ਚੰਗੀ ਤਰ੍ਹਾਂ ਨਹੀਂ ਸੀ ਸਮਝ ਸਕਿਆ। ਉਸਨੇ ਆਪਣੇ ਪਿਤਾ ਅਤੇ ਦਾਦੇ ਦੀ ਨੀਤੀ ਨੂੰ ਛੱਡ ਕੇ ਪਠਾਨਾਂ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ। ਪਠਾਨ ਜਿਹੜੇ ਸੀਗੇ ਸੁਭਾਅ ਤੋਂ ਕਿੱਦਾਂ ਦੇ ਸੀ? ਪ੍ਰਜਾਤੰਤਰੀ ਸੀਗੇ। ਠੀਕ ਆ, ਡੈਮੋਕ੍ਰੇਟਿਕ ਸੀਗੇ। ਇਸ ਲਈ ਉਹ ਬਾਦਸ਼ਾਹ ਨੂੰ ਇੱਕ ਸਰਦਾਰ ਤੋਂ ਵੱਧ ਕੁਝ ਨਹੀਂ ਸਨ ਸਮਝਦੇ। ਉਹਨਾਂ ਨੇ ਬਗਾਵਤਾਂ ਦਾ ਝੰਡਾ ਖੜਾ ਕਰ ਦਿੱਤਾ। ਬਗਾਵਤਾਂ ਨੂੰ ਦਬਾਉਣ ਵਿੱਚ ਉਹ ਜਿਹੜਾ ਸੀਗਾ ਇਬਰਾਹਿਮ ਲੋਧੀ ਸੀ ਅਸਫਲ ਰਿਹਾ ਸੀਗਾ, ਕਿਉਂਕਿ ਸਰਦਾਰ ਉਹਦੇ ਵਿਰੁੱਧ ਬਗਾਵਤਾਂ ਕਰਦੇ ਸੀ, ਪਰ ਉਹਨਾਂ ਨੂੰ ਦਬਾ ਨਹੀਂ ਪਾਇਆ ਸੀ ਉਹ। ਸਿੱਟੇ ਵਜੋਂ ਭੇਰਾ ਤੋਂ ਲੈ ਕੇ ਬਿਹਾਰ ਤੱਕ ਇਬਰਾਹਿਮ ਦਾ ਰਾਜ ਕੇਵਲ ਸਿਰਫ ਸੀਗਾ ਨਾ ਮਾਤਰ ਦਾ ਹੀ ਰਹਿ ਗਿਆ ਸੀਗਾ, ਕਿਉਂਕਿ ਸਰਦਾਰ ਤਾਂ ਉਹਦੇ ਕੰਟਰੋਲ ਦੇ ਅੰਡਰ ਨਹੀਂ ਸੀਗੇ। ਇਸ ਲੋਧੀ ਰਾਜ ਵਿੱਚ ਪੰਜਾਬ ਇੱਕ ਸੂਬਾ ਸੀ, ਪਰ ਉਸ ਸਮੇਂ ਦਾ ਪੰਜਾਬ ਇੱਕ ਸਮੁੱਚਾ ਸੂਬਾ ਨਹੀਂ ਸੀ। ਉਹ ਲਾਹੌਰ ਅਤੇ ਮੁਲਤਾਨ ਦੋ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਦੇਖੋ ਲੋਧੀ ਵੰਸ਼ ਦੇ ਸਮੇਂ ਪੰਜਾਬ ਕਿੰਨੇ ਸੂਬਿਆਂ 'ਚ ਵੰਡਿਆ ਸੀ? ਦੋ ਸੂਬਿਆਂ 'ਚ। ਕਿਹੜੇ ਕਿਹੜੇ? ਲਾਹੌਰ ਅਤੇ ਮੁਲਤਾਨ ਨਾਂ ਦੇ ਦੋ ਸੂਬਿਆਂ 'ਚ ਵੰਡਿਆ ਹੋਇਆ ਸੀ। ਪੰਜਾਬ ਦਾ ਸੂਬਾ ਅੱਗੇ ਛੋਟੇ ਛੋਟੇ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਸਰਹੰਦ ਹੋ ਗਿਆ, ਸੁਲਤਾਨਪੁਰ ਹੋ ਗਿਆ, ਦੀਪਾਲਪੁਰ ਹੋ ਗਿਆ। ਇਹ ਕੀ ਸੀ? ਪਰਗਨੇ ਸੀਗੇ। ਇਹ ਪਰਗਨੇ ਕਦੀ ਕਦੀ ਸਿੱਧੇ ਦਿੱਲੀ ਦੇ ਬਾਦਸ਼ਾਹ ਦੇ ਅਧੀਨ ਹੁੰਦੇ ਸੀਗੇ। ਅੱਗੇ ਦੇਖਦੇ ਹਾਂ ਪੰਜਾਬ ਦਾ ਜਿਹੜਾ ਦੌਲਤ ਖਾਂ ਲੋਧੀ ਅਤੇ ਪੰਜਾਬ। ਸਿਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਕਿਹਨੇ ਬਣਾਇਆ ਸੀ? ਸਿਕੰਦਰ ਲੋਧੀ ਨੇ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦੌਲਤ ਖਾਂ ਜਿਹੜਾ ਸੀਗਾ ਉਹ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ। ਜਿੰਨਾ ਚਿਰ ਸਿਕੰਦਰ ਲੋਧੀ ਜਿਉਂਦਾ ਰਿਹਾ, ਦੌਲਤ ਖਾਂ ਉਸ ਦਾ ਪੂਰਾ ਵਫਾਦਾਰ ਰਿਹਾ। ਪਰ ਸਿਕੰਦਰ ਲੋਧੀ ਦੇ ਉੱਤਰਾਧਿਕਾਰੀ ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਅਤੇ ਦੌਲਤ ਖਾਂ ਲੋਧੀ ਨੇ ਉਸ ਨਾਲ ਕੀ ਸੀ? ਘ੍ਰਿਣਾ ਕਰਨ ਲਾ ਦਿੱਤਾ ਸੀ ਉਹਨੂੰ। ਉਸਨੇ ਸੁਲਤਾਨ ਦੇ ਵਤੀਰੇ ਨੂੰ ਦੇਖ ਕੇ ਆਪਣਾ ਜਿਹੜਾ ਸੀਗਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾ ਲਿਆ। ਕਿਹਨੇ ਬਣਾਇਆ? ਦੌਲਤ ਖਾਂ ਲੋਧੀ ਨੇ, ਕਿ ਮੈਂ ਆਪਣਾ ਸੁਤੰਤਰ ਰਾਜ ਸਥਾਪਿਤ ਕਰੂੰਗਾ, ਕਿਉਂਕਿ ਇਬਰਾਹਿਮ ਲੋਧੀ ਕੀ ਸੀਗਾ ਕਿ ਸਰਦਾਰਾਂ ਦੇ ਉੱਪਰ ਕੰਟਰੋਲ ਕਰਨਾ ਚਾਹੁੰਦਾ ਸੀ, ਉਹਨਾਂ ਨੂੰ ਆਪਣੇ ਅੰਡਰ ਕਰਨਾ ਚਾਹੁੰਦਾ ਸੀ। ਉਸਨੇ ਇਬਰਾਹਿਮ ਲੋਧੀ ਦੇ ਖਿਲਾਫ ਗੋਂਦਾਂ ਵੀ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਗੋਂਦਾਂ ਗੁੰਦਣੀਆਂ ਮਤਲਬ ਕਿ ਜਿਹੜੀ ਸੀਗੀ ਸੀਕਰੇਟ ਜਿਹੜੇ ਸੀਗੇ ਪਲਾਨ ਬਣਾਉਣੇ ਸ਼ੁਰੂ ਕਰਤੇ ਸੀਗੇ ਕਿ ਕਿੱਦਾਂ ਜਿਹੜਾ ਹੈਗਾ ਇਹਨੂੰ ਹਟਾਇਆ ਜਾਵੇ। ਉਹਨਾਂ ਦਿਨਾਂ ਵਿੱਚ ਆਲਮ ਖਾਂ ਜਿਹੜਾ ਸੀਗਾ ਇਹ ਇਬਰਾਹਿਮ ਲੋਧੀ ਦਾ ਚਾਚਾ ਸੀ, ਵੀ ਦਿੱਲੀ ਦਾ ਤਖਤ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਸੀ। ਸਿੱਟੇ ਵਜੋਂ ਦੌਲਤ ਖਾਂ ਲੋਧੀ ਨਾਲ ਜਿਹੜਾ ਸੀਗਾ ਗੰਢ ਤੁੱਪ ਕਰ ਲਿਆ ਉਹਨੇ, ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰ ਲਈ ਇਬਰਾਹਿਮ ਲੋਧੀ ਨੂੰ ਜਿਹੜਾ ਸੀਗਾ ਰਾਜਗੱਦੀ ਤੋਂ ਹਟਾਉਣ ਦੀ। ਜਦੋਂ ਇਬਰਾਹਿਮ ਲੋਧੀ ਨੂੰ ਦੌਲਤ ਖਾਂ ਲੋਧੀ ਅਤੇ ਆਲਮ ਖਾਂ ਦੀਆਂ ਸਰਗਰਮੀਆਂ ਦਾ ਪਤਾ ਲੱਗਾ ਤਾਂ ਉਸਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਵਿਖੇ ਬੁਲਾਇਆ। ਆਪ ਤਾਂ ਦਿੱਲੀ ਨਾ ਗਿਆ, ਪਰ ਉਸਨੇ ਉੱਥੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਭੇਜਤਾ। ਜਦੋਂ ਹੁਣ ਇਬਰਾਹਿਮ ਲੋਧੀ ਨੂੰ ਪਤਾ ਲੱਗਿਆ ਕਿ ਦੋਨੇ ਉਹਦੇ ਖਿਲਾਫ ਜਿਹੜੇ ਆ ਸਾਜ਼ਿਸ਼ਾਂ ਕਰ ਰਹੇ ਆ, ਤਾਂ ਉਹਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਬੁਲਾਇਆ। ਪਰ ਜਿਹੜਾ ਦੌਲਤ ਖਾਂ ਲੋਧੀ ਸੀ ਆਪਣੇ ਥਾਂ ਉਹਨੇ ਕਿਹਨੂੰ ਭੇਜਤਾ? ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਭੇਜਿਆ ਸੀ। ਦਿਲਾਵਰ ਖਾਂ ਦੇ ਦਿੱਲੀ ਪੁੱਜਣ 'ਤੇ ਇਬਰਾਹਿਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ, ਪਰ ਉਹ ਛੇਤੀ ਹੀ ਬਚ ਕੇ ਲਾਹੌਰ ਪੁੱਜ ਗਿਆ। ਇਸ 'ਤੇ ਦੌਲਤ ਖਾਂ ਲੋਧੀ ਨੂੰ ਯਕੀਨ ਹੋ ਗਿਆ ਕਿ ਇਬਰਾਹਿਮ ਲੋਧੀ ਉਸ ਨੂੰ ਜ਼ਰੂਰ ਸਜ਼ਾ ਦੇਵੇਗਾ।
ਸਿੱਟੇ ਵਜੋਂ ਉਸਨੇ ਇਬਰਾਹਿਮ ਲੋਧੀ ਨੂੰ ਨੀਵਾਂ ਦਿਖਾਉਣ ਲਈ ਦਿੱਲੀ ਨਾਲੋਂ ਸੰਬੰਧ ਤੋੜ ਕੇ ਹੋਰ ਢੰਗ ਜਿਹੜਾ ਸੀ ਲੱਭਣਾ ਸ਼ੁਰੂ ਕਰ ਦਿੱਤਾ। ਅੱਗੇ ਕੰਟੀਨਿਊ ਕਰਦੇ ਹਾਂ। ਦੌਲਤ ਖਾਂ ਲੋਧੀ ਦਾ ਬਾਬਰ ਨਾਲ ਗੱਠਜੋੜ। ਹਾਂਜੀ, ਜਿਹੜਾ ਬਾਬਰ ਸੀ ਇਹ ਉਸ ਸਮੇਂ ਦਾ ਕੀ ਸੀਗਾ, ਮੁਗਲ ਬਾਦਸ਼ਾਹ ਸੀਗਾ। 1519 ਈਸਵੀ ਵਿੱਚ ਕਾਬਲ ਦੇ ਹਾਕਮ ਜ਼ਹੀਰ-ਉਦ-ਦੀਨ ਬਾਬਰ ਨੇ ਪੰਜਾਬ ਉੱਤੇ ਹਮਲਾ ਕੀਤਾ। ਜਿਹੜਾ ਬਾਬਰ ਸੀਗਾ ਉਹਦਾ ਅਸਲੀ ਨਾਂ ਸੀਗਾ ਜ਼ਹੀਰ-ਉਦ-ਦੀਨ ਬਾਬਰ। ਠੀਕ ਆ, ਉਹਨੇ ਪੰਜਾਬ ਉੱਤੇ ਕੀ ਸੀਗਾ 1519 ਵਿੱਚ ਹਮਲਾ ਕਰਤਾ ਸੀਗਾ। ਬਾਬਰ ਨੇ ਪਹਿਲਾਂ ਬਜੌਰ ਉੱਤੇ ਜਿੱਤ ਪ੍ਰਾਪਤ ਕੀਤੀ। ਹਾਂਜੀ, ਬਾਬਰ ਨੇ ਸਭ ਤੋਂ ਪਹਿਲਾਂ ਜਿੱਤ ਕਿੱਥੇ ਪ੍ਰਾਪਤ ਕੀਤੀ? ਬਜੌਰ ਉੱਤੇ। ਨਾਲ ਹੀ ਉਸਨੇ ਭੇਰਾ ਉੱਤੇ ਵੀ ਜਿੱਤ ਜਿਹੜੀ ਸੀਗੀ ਪ੍ਰਾਪਤ ਕਰ ਲਈ ਸੀ, ਉੱਤੇ ਵੀ ਕਬਜ਼ਾ ਕਰ ਲਿਆ ਸੀ। ਇਹਨਾਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਬਾਬਰ ਨੇ ਆਪਣੇ ਇੱਕ ਦੂਤ ਮੁੱਲਾ ਮੁਰਸ਼ਿਦ ਨੂੰ ਇਬਰਾਹਿਮ ਲੋਧੀ ਕੋਲ ਭੇਜਿਆ। ਦੌਲਤ ਖਾਂ ਲੋਧੀ ਨੇ ਬਾਬਰ ਦੇ ਦੂਤ ਨੂੰ ਲਾਹੌਰ ਵਿਖੇ ਹੀ ਰੋਕ ਲਿਆ। ਕਿੱਥੇ ਰੋਕ ਲਿਆ ਉਹਨੇ? ਉਹਦੇ ਦੂਤ ਨੂੰ ਲਾਹੌਰ। ਬਾਬਰ ਹਿੰਦੂ ਵੇਗ ਨੂੰ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲ ਕੇ, ਬਾਬਰ ਦੇ ਜਿਹੜੇ ਇਲਾਕੇ ਜਿੱਤੇ ਸੀ ਉਹਦਾ ਪ੍ਰਬੰਧ ਉਹਨੇ ਕਿਹਨੂੰ ਸੰਭਾਲਿਆ? ਹਿੰਦੂ ਵੇਗ ਨੂੰ। ਅਤੇ ਆਪ ਜਿਹੜਾ ਸੀਗਾ ਵਾਪਸ ਕਾਬਲ ਚਲਿਆ ਗਿਆ ਸੀਗਾ। ਕੁਝ ਸਮੇਂ ਬਾਅਦ ਹੀ ਭੇਰਾ ਦੇ ਲੋਕਾਂ ਨੇ ਬਗਾਵਤ ਕਰਕੇ ਹਿੰਦੂ ਵੇਗ ਨੂੰ ਉੱਥੋਂ ਭਜਾ ਦਿੱਤਾ। ਇਸ ਕਾਰਵਾਈ ਤੋਂ ਚੜ੍ਹ ਕੇ ਬਾਬਰ ਜਿਹੜਾ ਸੀ ਸਤੰਬਰ 1519 ਈਸਵੀ ਵਿੱਚ ਫਿਰ ਪੰਜਾਬ ਉੱਤੇ ਜਿਹੜਾ ਸੀ ਉਹਨੇ ਹਮਲਾ ਕੀਤਾ ਸੀਗਾ। ਭੇਰਾ ਆਦਿ ਦੇ ਇਲਾਕੇ ਮੁੜ ਜਿਹੜੇ ਸੀ ਜਿੱਤਣ ਉਪਰੰਤ ਬਾਬਰ ਨੇ ਸਿਆਲਕੋਟ ਵੀ ਜਿੱਤ ਲਿਆ। ਇੱਥੋਂ ਬਾਬਰ ਜਿਹੜਾ ਸੀਗਾ ਸੈਯਦਪੁਰ ਐਮਨਾਬਾਦ ਵੱਲ ਵਧਿਆ। ਉੱਥੋਂ ਹੀ ਰੱਖਿਅਕ ਸੈਨਾ ਨੇ ਬਾਬਰ ਦੀ ਜਿਹੜੀ ਸੀ ਧਾੜਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਬਾਬਰ ਦੀ ਜਿੱਤ ਹੋਈ। ਰੱਖਿਅਕ ਸੈਨਾ ਕਤਲ ਕਰ ਦਿੱਤੀ ਗਈ। ਸੈਯਦਪੁਰ ਦੀ ਜਨਤਾ ਨਾਲ ਵੀ ਨਿਰਦਈ ਸਲੂਕ ਕੀਤਾ ਗਿਆ। ਕਈ ਲੋਕਾਂ ਨੂੰ ਦਾਸ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਅਤਿਆਚਾਰਾਂ ਦਾ ਵਰਣਨ ਜਿਹੜਾ ਸੀਗਾ ਬਾਬਰ ਬਾਣੀ ਵਿੱਚ ਕੀਤਾ ਸੀ, ਕਿਉਂਕਿ ਬਾਬਰ ਜਿਹੜਾ ਸੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀਗਾ। ਜਦੋਂ ਉਹਨੇ ਸੈਯਦਪੁਰ ਵਿੱਚ ਇਹ ਸਾਰਾ ਮਤਲਬ ਲੋਕਾਂ ਉੱਤੇ ਜ਼ੁਲਮ ਕੀਤੇ ਸੀ, ਉਸ ਟਾਈਮ ਗੁਰੂ ਨਾਨਕ ਦੇਵ ਜੀ ਵੀ ਉੱਥੇ ਜਿਹੜੇ ਸੀ ਮੌਜੂਦ ਮੰਨੇ ਜਾਂਦੇ ਸੀਗੇ। ਕਈ ਬੁੱਕਸ ਵਿੱਚ ਇੱਦਾਂ ਲਿਖਿਆ ਗਿਆ। 1520 ਤੋਂ 24 ਈਸਵੀ ਵਿਚਕਾਰ ਦੌਲਤ ਖਾਂ ਲੋਧੀ ਨੇ ਕੇਂਦਰੀ ਪੰਜਾਬ ਵਿੱਚ ਆਪਣੀ ਜਿਹੜੀ ਸੀ ਸਥਿਤੀ ਮਜ਼ਬੂਤ ਕਰਨ ਦਾ ਯਤਨ ਕੀਤਾ। ਸਿੱਟੇ ਵਜੋਂ ਇਬਰਾਹਿਮ ਲੋਧੀ ਉਸਦੇ ਹੋਰ ਵੀ ਵਿਰੁੱਧ ਹੋ ਗਿਆ। ਹਾਂਜੀ, ਇਬਰਾਹਿਮ ਲੋਧੀ ਜਿਹੜਾ ਸੀ ਕਿਹਦੇ ਵਿਰੁੱਧ ਹੋ ਗਿਆ? ਦੌਲਤ ਖਾਂ ਲੋਧੀ ਦੇ, ਕਿਉਂਕਿ ਉਹ ਕੀ ਸੀਗਾ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ 'ਤੇ ਲੱਗਾ ਹੋਇਆ ਸੀ। ਇਬਰਾਹਿਮ ਲੋਧੀ ਨੇ ਪਹਿਲੀ ਬੇਲ ਮਿਲਣ 'ਤੇ ਦੌਲਤ ਖਾਂ ਲੋਧੀ ਨੂੰ ਸੋਧ ਕੇ ਪੰਜਾਬ ਨੂੰ ਮੁੜ ਆਪਣੇ ਸਾਮਰਾਜ ਨਾਲ ਮਿਲਾਉਣ ਦਾ ਫੈਸਲਾ ਕਰ ਲਿਆ। ਸਿੱਟੇ ਵਜੋਂ ਦੌਲਤ ਖਾਂ ਲੋਧੀ ਨੇ ਆਪਣੇ ਪੁੱਤਰ ਦਿਲਾਵਰ ਖਾਂ ਜਿਹੜਾ ਸੀਗਾ ਉਹਨੂੰ ਬਾਬਰ ਦੇ ਪਾਸ ਕਾਬਲ ਵਿਖੇ ਭੇਜਿਆ ਅਤੇ ਉਸਨੂੰ ਪੰਜਾਬ ਉੱਤੇ ਜਿਹੜਾ ਸੀਗਾ ਹਮਲਾ ਕਰਨ ਦਾ ਸੱਦਾ ਦਿੱਤਾ। ਹਾਂਜੀ, ਇਹਦੇ ਵਿੱਚੋਂ ਇਹ ਇੰਪੋਰਟੈਂਟ ਕੁਐਸਚਨ ਆ ਕਿ ਬਾਬਰ ਜਿਹੜਾ ਸੀ ਉਹਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਕਿਹਨੇ ਦਿੱਤਾ ਸੀ? ਤਾਂ ਉਹ ਦਿੱਤਾ ਸੀ ਦੌਲਤ ਖਾਂ ਲੋਧੀ ਨੇ। ਦੂਜੇ ਪਾਸੇ ਇਬਰਾਹਿਮ ਲੋਧੀ ਨੇ ਦੌਲਤ ਖਾਂ ਲੋਧੀ ਦੇ ਵਿਰੁੱਧ ਫੌਜ ਜਿਹੜੀ ਸੀ ਚੜ੍ਹਾ ਦਿੱਤੀ। ਦੌਲਤ ਖਾਂ ਲੋਧੀ ਜਿਹੜਾ ਸੀ ਉਹਦੀ ਇਸ ਯੁੱਧ ਵਿੱਚ ਹਾਰ ਹੋਈ ਸੀ। ਬਾਬਰ ਬਿਨਾਂ ਕਿਸੇ ਰੋਕ ਟੋਕ ਦੇ 1524 ਈਸਵੀ ਵਿੱਚ ਲਾਹੌਰ ਦੇ ਨੇੜੇ ਜਾ ਪੁੱਜਾ। ਇੱਥੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਬਿਹਾਰ ਖਾਂ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ, ਪਰ ਬਾਬਰ ਨੇ ਇਸ ਨੂੰ ਹਰਾ ਦਿੱਤਾ। ਹਾਂਜੀ, ਅਗਵਾਈ ਕਿਹਨੇ ਕੀਤੀ ਸੀ ਲੋਧੀ ਸੈਨਾ ਦੀ? ਬਿਹਾਰ ਖਾਂ ਨੇ ਕੀਤੀ ਸੀ ਉਸ ਟਾਈਮ। ਬਾਬਰ ਦਾ ਲਾਹੌਰ ਉੱਤੇ ਕਬਜ਼ਾ ਹੋ ਗਿਆ। ਫਿਰ ਉਸਨੇ ਜਲੰਧਰ ਅਤੇ ਦੀਪਾਲਪੁਰ ਉੱਤੇ ਵੀ ਆਸਾਨੀ ਨਾਲ ਕਬਜ਼ਾ ਕਰ ਲਿਆ। ਦੌਲਤ ਖਾਂ ਲੋਧੀ ਨੂੰ ਆਸ ਸੀ ਕਿ ਬਾਬਰ ਉਹਨਾਂ ਇਲਾਕਿਆਂ ਉੱਤੇ ਕਬਜ਼ਾ ਕਰਕੇ ਉਹਨਾਂ ਦਾ ਅਧਿਕਾਰ ਉਸਨੂੰ ਸੌਂਪ ਦੇਵੇਗਾ ਅਤੇ ਆਪ ਜਿਹੜਾ ਸੀ ਵਾਪਸ ਕਾਬਲ ਚਲਾ ਜਾਵੇਗਾ, ਪਰ ਬਾਬਰ ਨੇ ਉਸਨੂੰ ਜਲੰਧਰ ਅਤੇ ਸੁਲਤਾਨਪੁਰ ਦੇ ਇਲਾਕੇ ਹੀ ਦਿੱਤੇ। ਕਿਹਨੂੰ? ਦੌਲਤ ਖਾਂ ਲੋਧੀ ਨੂੰ ਸਿਰਫ ਜਲੰਧਰ ਅਤੇ ਸੁਲਤਾਨਪੁਰ ਦੇ ਇਲਾਕੇ ਹੀ ਦਿੱਤੇ ਸੀਗੇ। ਇਸ 'ਤੇ ਦੌਲਤ ਖਾਂ ਲੋਧੀ ਨੇ ਬਗਾਵਤ ਕਰ ਦਿੱਤੀ, ਪਰ ਹਾਰ ਗਿਆ ਅਤੇ ਪਹਾੜਾਂ ਵਿੱਚ ਜਾ ਛੁਪਿਆ। ਬਾਬਰ ਨੇ ਸੁਲਤਾਨਪੁਰ ਦਾ ਇਲਾਕਾ ਜਿਹੜਾ ਸੀਗਾ ਦਿਲਾਵਰ ਖਾਂ ਦੌਲਤ ਖਾਂ ਦੇ ਪੁੱਤਰ ਨੂੰ ਦਿੱਤਾ ਸੀਗਾ। ਠੀਕ ਆ। ਦੀਪਾਲਪੁਰ ਉਸਨੇ ਆਲਮ ਖਾਂ ਇਬਰਾਹਿਮ ਲੋਧੀ ਦਾ ਜਿਹੜਾ ਚਾਚਾ ਸੀ ਉਹਨੂੰ ਦੀਪਾਲਪੁਰ ਦਾ ਇਲਾਕਾ ਦੇ ਦਿੱਤਾ ਸੀ। ਲਾਹੌਰ ਨੂੰ ਉਸਨੇ ਆਪਣੇ ਪ੍ਰਤੀਨਿਧ ਅਬਦੁਲ ਅਜ਼ੀਜ਼ ਦੇ ਹਵਾਲੇ ਕਰ ਦਿੱਤਾ ਸੀ। ਬਾਬਰ ਵਾਪਸ ਜਿਹੜਾ ਸੀਗਾ ਕਾਬਲ ਚਲਿਆ ਗਿਆ ਅਤੇ ਉਸਨੂੰ ਇਹ ਵੀ ਅਨੁਭਵ ਹੋ ਗਿਆ ਸੀ ਕਿ ਦਿੱਲੀ ਉੱਤੇ ਹਮਲਾ ਕਰਨ ਲਈ ਹੋਰ ਜ਼ਿਆਦਾ ਤਿਆਰੀ ਦੀ ਲੋੜ ਹੈ। ਅੱਗੇ ਦੇਖਦੇ ਹਾਂ। ਆਲਮ ਖਾਂ ਅਤੇ ਪੰਜਾਬ। ਹੁਣ ਜਿਹੜਾ ਆਲਮ ਖਾਂ ਸੀ ਉਹ ਜਦੋਂ ਪੰਜਾਬ ਨਾਲ ਉਹਦੇ ਅੰਡਰ ਆ ਗਿਆ ਤਾਂ ਉਹਨੇ ਕਿੱਦਾਂ ਦਾ ਸਲੂਕ ਕੀਤਾ? ਇਬਰਾਹਿਮ ਲੋਧੀ ਦੇ ਭੈੜੇ ਵਰਤਾਓ ਕਾਰਨ ਅਫਗਾਨ ਸਰਦਾਰ ਉਸ ਨਾਲ ਨਾਰਾਜ਼ ਸਨ। ਆਪਣੀ ਨਾਰਾਜ਼ਗੀ ਦਿਖਾਉਣ ਲਈ ਉਹਨਾਂ ਨੇ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਵਿਉਂਤ ਬਣਾਈ।
ਉਹਨਾਂ ਨੇ ਇਸ ਮੰਤਵ ਲਈ ਬਾਬਰ ਦੀ ਸਹਾਇਤਾ ਲੈਣ ਦਾ ਫੈਸਲਾ ਕਰ ਲਿਆ, ਪਰੰਤੂ 1524 ਈਸਵੀ ਵਿੱਚ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਕਰਕੇ ਬਾਬਰ ਜਿਹੜਾ ਸੀਗਾ ਕਾਬਲ ਗਿਆ ਸੀ। ਕਦੋਂ? 1524 ਈਸਵੀ ਵਿੱਚ ਉਹ ਵਾਪਸ ਚਲਿਆ ਗਿਆ ਸੀਗਾ ਕਾਬਲ ਦੇ ਵਿੱਚ। ਦੌਲਤ ਖਾਂ ਲੋਧੀ ਨੇ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਅਬਦੁਲ ਅਜ਼ੀਜ਼ ਤੋਂ ਲਾਹੌਰ ਖੋਲ੍ਹਿਆ ਸੀ। ਅਬਦੁਲ ਅਜ਼ੀਜ਼ ਨੂੰ ਜਿਹੜਾ ਸੀ ਬਾਬਰ ਨਿਯੁਕਤ ਕਰਕੇ ਗਿਆ ਸੀਗਾ ਲਾਹੌਰ ਦੇ ਏਰੀਏ 'ਤੇ। ਦੌਲਤ ਖਾਂ ਨੇ ਉਹ ਜਿਹੜਾ ਸੀਗਾ ਉਹ ਤੋਂ ਖੋਲ੍ਹਿਆ ਸੀਗਾ, ਉਹਦੇ ਨਾਲ ਯੁੱਧ ਕਰਕੇ। ਉਸ ਤੋਂ ਉਪਰੰਤ ਉਸਨੇ ਸੁਲਤਾਨਪੁਰ ਵਿੱਚੋਂ ਦਿਲਾਵਰ ਖਾਂ ਨੂੰ ਕੱਢ ਕੇ ਦੀਪਾਲਪੁਰ ਵਿਖੇ ਆਲਮ ਖਾਂ ਨੂੰ ਵੀ ਹਰਾ ਦਿੱਤਾ। ਆਲਮ ਖਾਂ ਕਾਬਲ ਵਿਖੇ ਬਾਬਰ ਦੀ ਸ਼ਰਨ ਵਿੱਚ ਚਲਿਆ ਗਿਆ। ਫਿਰ ਦੌਲਤ ਖਾਂ ਲੋਧੀ ਨੇ ਸਿਆਲਕੋਟ ਉੱਤੇ ਹਮਲਾ ਕੀਤਾ, ਪਰ ਉਹ ਅਸਫਲ ਰਿਹਾ। ਦੌਲਤ ਖਾਂ ਦੀ ਵੱਧ ਰਹੀ ਸ਼ਕਤੀ ਨੂੰ ਖ਼ਤਮ ਕਰਨ ਲਈ ਬਾਬਰ ਦੀ ਸੈਨਾ ਨੂੰ ਪੰਜਾਬ ਵਿੱਚੋਂ ਕੱਢਣ ਲਈ ਜਿਹੜਾ ਸੀ ਇਬਰਾਹਿਮ ਲੋਧੀ ਨੇ ਫਿਰ ਆਪਣੀ ਸੈਨਾ ਜਿਹੜੀ ਸੀ ਭੇਜੀ। ਦੌਲਤ ਖਾਂ ਲੋਧੀ ਨੇ ਉਸ ਫੌਜ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਕੇਂਦਰੀ ਪੰਜਾਬ ਵਿੱਚ ਦੌਲਤ ਖਾਂ ਲੋਧੀ ਦਾ ਸੁਤੰਤਰ ਰਾਜ ਸਥਾਪਿਤ ਹੋ ਗਿਆ ਸੀ। ਆਲਮ ਖਾਂ ਨੇ ਕਾਬਲ ਪਹੁੰਚ ਕੇ ਬਾਬਰ ਨਾਲ ਸੰਧੀ ਕੀਤੀ। ਉਸ ਦੀਆਂ ਸ਼ਰਤਾਂ ਜਿਹੜੀਆਂ ਸੀ ਉਹ ਕੀ ਸੀਗੀਆਂ ਕਿ ਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਫੌਜੀ ਸਹਾਇਤਾ ਦੇਵੇਗਾ ਅਤੇ ਆਲਮ ਖਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ 'ਤੇ ਬਾਬਰ ਦਾ ਅਧਿਕਾਰ ਪ੍ਰਵਾਨ ਕਰ ਲਵੇਗਾ। ਇਸ ਤੋਂ ਉਪਰੰਤ ਆਲਮ ਖਾਂ ਨੂੰ ਸਹਾਇਤਾ ਦੇਣ ਲਈ ਬਾਬਰ ਨੇ ਪੰਜਾਬ ਦੇ ਮੁਗਲ ਹਾਕਮਾਂ ਦੇ ਨਾਂ ਫਰਮਾਨ ਵੀ ਭੇਜੇ। ਪਰ ਜਦੋਂ ਆਲਮ ਖਾਂ ਲਾਹੌਰ ਪੁੱਜਿਆ ਤਾਂ ਇੱਥੇ ਮੁਗਲ ਹਾਕਮਾਂ ਦੀ ਥਾਂ ਦੌਲਤ ਖਾਂ ਲੋਧੀ ਦਾ ਰਾਜ ਜਿਹੜਾ ਸੀ ਸਥਾਪਿਤ ਹੋ ਗਿਆ ਸੀਗਾ। ਆਲਮ ਖਾਂ ਬੜਾ ਦੁਖੀ ਹੋਇਆ। ਉਸ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਦੌਲਤ ਖਾਂ ਲੋਧੀ ਨੇ ਆਲਮ ਖਾਂ ਨੂੰ ਇਬਰਾਹਿਮ ਲੋਧੀ ਦੇ ਵਿਰੁੱਧ ਸਹਾਇਤਾ ਦੇਣ ਦੀ ਤਜਵੀਜ਼ ਪੇਸ਼ ਕਰ ਦਿੱਤੀ। ਆਲਮ ਖਾਂ ਨੂੰ ਉਸ ਦੀ ਤਜਵੀਜ਼ ਜਿਹੜੀ ਸੀ ਚੰਗੀ ਲੱਗੀ, ਜੱਚ ਗਈ। ਇਸ ਤਰ੍ਹਾਂ ਉਹ ਦੌਲਤ ਖਾਂ ਲੋਧੀ ਨਾਲ ਰਲ ਗਿਆ। ਹੁਣ ਜਿਹੜੇ ਦੌਲਤ ਖਾਂ ਲੋਧੀ ਸੀ ਅਤੇ ਆਲਮ ਖਾਂ ਸੀ ਦੋਨੇ ਆਪਸ ਵਿੱਚ ਰਲ ਗਏ ਸੀਗੇ। ਇਹ ਕਿਹਦੇ ਖਿਲਾਫ? ਇਬਰਾਹਿਮ ਲੋਧੀ ਦੇ ਖਿਲਾਫ। ਉਸ ਦੀ ਸਹਾਇਤਾ ਨਾਲ ਆਲਮ ਖਾਂ ਨੇ ਦਿੱਲੀ ਉੱਪਰ ਚੜ੍ਹਾਈ ਕਰ ਦਿੱਤੀ। ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਆਲਮ ਖਾਂ ਜਿਹੜਾ ਸੀਗਾ ਦੇ ਪੰਜਾਬ ਜਾਂ ਦਿੱਲੀ ਦਾ ਰਾਜ ਜਿਹੜਾ ਸੀ ਪ੍ਰਾਪਤ ਕਰਨ ਦੇ ਸੁਪਨੇ ਸਦਾ ਲਈ ਕੀ ਸੀ ਮਿੱਟੀ ਵਿੱਚ ਮਿਲ ਗਏ, ਕਿਉਂਕਿ ਇਬਰਾਹਿਮ ਲੋਧੀ ਸੀਗਾ ਜਿਹੜਾ, ਉਹਦੀਆਂ ਫੌਜਾਂ ਨੇ ਉਹਨਾਂ ਦੋਨਾਂ ਨੂੰ ਹੀ ਹਰਾਤਾ ਸੀਗਾ। ਅੱਗੇ ਹੈ ਬਾਬਰ ਦੀ ਪੰਜਾਬ ਉੱਤੇ ਜਿੱਤ। ਬਾਬਰ ਨਵੰਬਰ 1525 ਈਸਵੀ ਵਿੱਚ 12,000 ਸੈਨਿਕਾਂ ਨਾਲ ਜਿਹੜਾ ਸੀ ਕਾਬਲ ਤੋਂ ਪੰਜਾਬ ਵੱਲ ਵਧਿਆ ਸੀ। ਬਾਬਰ ਨੇ ਸਭ ਤੋਂ ਪਹਿਲਾਂ ਦੌਲਤ ਖਾਂ ਲੋਧੀ ਨੂੰ ਜਿਹੜਾ ਸੀ ਦੰਡ ਦੇਣ ਦਾ ਫੈਸਲਾ ਕੀਤਾ, ਉਹਨੂੰ ਸਜ਼ਾ ਦੇਣੀ ਸੀ। ਜਦੋਂ ਉਸ ਨੂੰ ਬਾਬਰ ਦੀ ਭੈੜੀ ਨੀਅਤ ਦਾ ਪਤਾ ਲੱਗਾ ਤਾਂ ਦੌਲਤ ਖਾਂ ਲੋਧੀ ਕੀ ਸੀ ਆਪਣੇ ਪੁੱਤਰ ਗਾਜ਼ੀ ਖਾਂ ਜਿਹੜਾ ਸੀਗਾ ਉਹਦੇ ਨਾਲ ਕਿੱਥੇ ਭੱਜ ਗਿਆ ਸੀ? ਲਾਹੌਰ ਤੋੜ ਗਿਆ ਸੀ। ਅੰਤ ਨੂੰ ਦੌਲਤ ਖਾਂ ਲੋਧੀ ਨੇ ਜਿਹੜਾ ਸੀਗਾ ਬਾਬਰ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ ਸੀਗੇ। ਇੱਥੋਂ ਬਾਬਰ ਪੰਜਾਬ ਦੇ ਉਪ ਪ੍ਰਾਂਤ ਸਰਹੰਦ ਵੱਲ ਵਧਿਆ। ਉਸਨੇ ਸਭ ਤੋਂ ਪਹਿਲਾਂ ਅੰਬਾਲਾ ਜਿੱਤਿਆ। ਦੇਖੋ, ਸਭ ਤੋਂ ਪਹਿਲਾਂ ਉਹਨੇ ਕੀ ਜਿੱਤਿਆ? ਅੰਬਾਲਾ। ਫਿਰ ਹਾਂਸੀ, ਹਿਸਾਰ, ਫਿਰੋਜ਼ਾ ਜਿੱਤਣ ਲਈ ਉਸਨੇ ਆਪਣੇ ਜਿਹੜੇ ਸੀਗੇ ਪੁੱਤਰ ਹਮਾਯੂ ਨੂੰ ਭੇਜਿਆ ਸੀ। ਬਾਬਰ ਆਪ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਉਸਨੇ ਪਾਣੀਪਤ ਪੁੱਜ ਕੇ ਆਪਣਾ ਜਿਹੜਾ ਸੀ ਪੜਾਅ ਕੀਤਾ। ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਉਸ ਦਾ ਮੁਕਾਬਲਾ ਕਰਨ ਲਈ 1 ਲੱਖ ਸੈਨਿਕਾਂ ਨੂੰ ਲੈ ਕੇ ਜਿਹੜਾ ਸੀ ਅੱਗੇ ਵਧਿਆ। ਉਸ ਦੀ ਸੈਨਾ ਜਿਹੜੀ ਸੀਗੀ 4 ਭਾਗਾਂ ਵਿੱਚ ਵੰਡੀ ਹੋਈ ਸੀਗੀ। ਕਿਹਦੀ? ਇਬਰਾਹਿਮ ਲੋਧੀ ਦੀ। ਅੱਗੇ ਰਹਿਣ ਵਾਲੀ ਸੈਨਿਕ ਟੁਕੜੀ, ਕੇਂਦਰੀ ਸੈਨਾ ਅਤੇ ਖੱਬੇ ਅਤੇ ਸੱਜੇ ਹੱਥ ਦੀਆਂ ਸੈਨਾਵਾਂ। ਸੈਨਾ ਦੇ ਅੱਗੇ ਲਗਭਗ ਜਿਹੜੇ ਸੀਗੇ 5000 ਹਾਥੀ ਸਨ। ਅੱਗੇ ਦੇਖਦੇ ਹਾਂ। ਉੱਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲ ਗੱਡੀਆਂ ਖੜ੍ਹੀਆਂ ਕੀਤੀਆਂ। ਉਸਨੇ ਉਹਨਾਂ ਬੈਲ ਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ। ਬੈਲ ਗੱਡੀਆਂ ਦੇ ਪਿੱਛੇ ਤੋਪਖਾਨਾ ਸੀ। ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ। ਸੱਜੇ ਅਤੇ ਖੱਬੇ ਜਿਹੜੇ ਸੀਗੇ ਤੁਲਗਮਾ ਦਸਤੇ ਸਨ। ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਜਿਹੜੀ ਸੀ ਉਹਨੇ ਛੁਪਾ ਕੇ ਰੱਖੀ ਹੋਈ ਸੀਗੀ। ਬਾਬਰ 1 ਹਫ਼ਤਾ ਚੁੱਪਚਾਪ ਬੈਠਾ ਰਿਹਾ। 21 ਅਪ੍ਰੈਲ ਕਿੰਨੀ ਤਰੀਕ? 21 ਅਪ੍ਰੈਲ 1526 ਈਸਵੀ ਨੂੰ ਪਹਿਲਾਂ ਇਬਰਾਹਿਮ ਲੋਧੀ ਦੀ ਫੌਜ ਨੇ ਹਮਲਾ ਕੀਤਾ। ਉਹ ਫੌਜ ਬਾਬਰ ਦੀਆਂ ਬੈਲ ਗੱਡੀਆਂ ਕੋਲ ਪੁੱਜ ਕੇ ਰੁਕ ਗਈ। ਬਾਬਰ ਦਾ ਜਿਹੜਾ ਤੋਪਖਾਨਾ ਸੀਗਾ ਉਹਦੇ ਵਿੱਚ ਉਹਨਾਂ ਨੇ ਗੋਲੀਬਾਰੀ ਕਰਨੀ ਜਿਹੜੀ ਸੀ ਸ਼ੁਰੂ ਕਰਤੀ ਸੀ। ਅਤੇ ਹੁਣ ਇਬਰਾਹਿਮ ਲੋਧੀ ਜਿਹੜੇ ਸੀਗੇ ਉਹਦੇ ਬਹੁਤ ਸਾਰੇ ਹਾਥੀ ਘਾਇਲ ਹੋ ਗਏ ਸੀ। ਪਿੱਛੇ ਮੁੜ ਕੇ ਜਿਹੜੇ ਉਹ ਹਾਥੀ ਸੀਗੇ ਨਾ ਤੋਪਖਾਨੇ ਦੇ ਨਾਲ ਇੱਕਦਮ ਡਰ ਕੇ ਉਹਨਾਂ ਨੇ ਆਪਦੀ ਜਿਹੜੀ ਹਫੜਾ ਦਫੜੀ ਮੱਚ ਗਈ ਸੀ ਅਤੇ ਆਪਦੀ ਫੌਜ ਜਿਹੜੀ ਸੀ ਉਹਨੇ ਕੁਚਲ ਦਿੱਤਾ ਸੀ ਉਹਦੇ ਹਾਥੀਆਂ ਨੇ। ਬਾਬਰ ਦੀਆਂ ਤੁਲਗਮਾ ਦਸਤਿਆਂ ਨੇ ਸੱਜੇ ਅਤੇ ਖੱਬੇ ਪਾਸਿਆਂ ਤੋਂ ਅੱਗੇ ਵੱਧ ਕੇ ਪਿੱਛੋਂ ਬੈਰੀ ਨੂੰ ਘੇਰ ਲਿਆ। ਇਬਰਾਹਿਮ ਲੋਧੀ ਅਤੇ ਉਸਦੇ
1500 ਸੈਨਿਕ ਜਿਹੜੇ ਸੀ 15,000 ਸੈਨਿਕ ਜਿਹੜੇ ਸੀਗੇ ਉਹ ਮਾਰੇ ਗਏ ਅਤੇ ਬਾਬਰ ਨੂੰ ਪੰਜਾਬ ਉੱਤੇ ਜਿਹੜਾ ਸੀ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਹੋ ਗਈ ਸੀ। ਅੱਗੇ ਹੈਗਾ ਕਿ ਹੁਣ ਉਸ ਸਮੇਂ ਦੀ ਜਿਹੜੀ ਸਮਾਜਿਕ ਅਵਸਥਾ ਸੀ, ਸੋਸ਼ਲ ਕੰਡੀਸ਼ਨ ਸੀ, ਉਹ ਕਿੱਦਾਂ ਦੀ ਸੀ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਤਾਂ ਸਮਾਜ ਮੁੱਖ ਰੂਪ ਵਿੱਚ 2 ਭਾਗਾਂ ਵਿੱਚ ਵੰਡਿਆ ਹੋਇਆ ਸੀ, ਮੁਸਲਿਮ ਸਮਾਜ ਅਤੇ ਹਿੰਦੂ ਸਮਾਜ। ਪਹਿਲਾਂ ਆਪਾਂ ਦੇਖਾਂਗੇ ਮੁਸਲਿਮ ਸਮਾਜ। ਮੁਸਲਮਾਨਾਂ ਦੀ ਸਮਾਜਿਕ ਦਸ਼ਾ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਵਿੱਚ ਮੁਸਲਮਾਨ ਹਾਕਮਾਂ ਦੀ ਸਰਕਾਰ ਸੀ। ਹਾਂਜੀ, ਸਰਕਾਰ ਕਿਹਦੀ ਸੀ? ਮੁਸਲਮਾਨ ਹਾਕਮਾਂ ਦੀ। ਇਸ ਲਈ ਮੁਸਲਮਾਨ ਸਰਕਾਰ ਵਿੱਚ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦੇ ਸਨ। ਉਹਨਾਂ ਨਾਲ ਆਦਰ ਭਰਪੂਰ ਸਲੂਕ ਹੁੰਦਾ ਸੀ। ਸਰਕਾਰੀ ਇਨਸਾਫ ਉਹਨਾਂ ਦੀ ਹੀ ਹੱਕ ਵਿੱਚ ਹੁੰਦਾ ਸੀਗਾ, ਉਹਨਾਂ ਦੇ ਹੱਕ 'ਚ ਹੀ ਹੁੰਦਾ ਸੀ ਹਰੇਕ ਜਿਹੜਾ ਵੀ ਸਰਕਾਰੀ ਇਨਸਾਫ ਹੁੰਦਾ ਸੀ। ਉਸ ਸਮੇਂ ਦਾ ਮੁਸਲਿਮ ਸਮਾਜ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਕਿਹੜੀਆਂ-ਕਿਹੜੀਆਂ? ਅਮੀਰ ਅਤੇ ਸਰਦਾਰ, ਉਲਮਾ ਅਤੇ ਸ਼ੈਦ, ਮੱਧ ਸ਼੍ਰੇਣੀ ਅਤੇ ਗੁਲਾਮ। ਇਹਨਾਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅਮੀਰ ਅਤੇ ਸਰਦਾਰ ਕੌਣ ਸੀਗੇ। ਇਹ ਉੱਚ ਸ਼੍ਰੇਣੀ ਦੇ ਲੋਕ ਸਨ। ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸਨ। ਕਿਹੜੀ ਸ਼੍ਰੇਣੀ ਦੇ ਲੋਕ ਸੀ? ਉੱਚ ਸ਼੍ਰੇਣੀ ਦੇ। ਇਹਨਾਂ ਨੂੰ ਉੱਚੀਆਂ ਜਿਹੜੀਆਂ ਸੀ ਪਦਵੀਆਂ ਮਿਲੀਆਂ ਹੋਈਆਂ ਸੀ। ਸਰਦਾਰਾਂ ਨੂੰ ਜਿਹੜਾ ਸੀਗਾ ਇਲਾਕਾ ਦਿੱਤਾ ਜਾਂਦਾ ਸੀ। ਉਸ ਇਲਾਕੇ ਦੇ ਭੂਮੀਕਰ ਨੂੰ ਉਹ ਖੁਦ ਜਿਹੜਾ ਸੀਗਾ ਰਲਾਉਂਦੇ ਸੀ, ਮਤਲਬ ਇਕੱਠੇ ਕਰਦੇ ਸੀਗੇ ਘਰ ਨੂੰ। ਉਹ ਪੈਸਾ ਉਹ ਆਪਣੀਆਂ ਲੋੜਾਂ ਉੱਪਰ ਹੀ ਖਰਚ ਕਰਦੇ ਸਨ। ਇਹ ਤੋਂ ਬਾਅਦ ਆ ਗਿਆ ਸਰਦਾਰਾਂ ਦਾ ਕੰਮ ਮੁਹਿੰਮਾਂ ਵਿੱਚ ਹਿੱਸਾ ਲੈਣਾ ਸੀ। ਉਹ ਲੋਕ ਆਪਸ ਵਿੱਚ ਵੀ ਲੜਾਈਆਂ ਵਿੱਚ ਰੁੱਝੇ ਰਹਿੰਦੇ ਸਨ। ਇਹਨਾਂ ਦੀ ਰੁਚੀ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਦੀ ਹੀ ਹੁੰਦੀ ਸੀ। ਇਹ ਸਾਰੇ ਆਪਸ ਵਿੱਚ ਲੜਦੇ ਰਹਿੰਦੇ ਸੀ, ਪਰ ਇਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਸੀ ਕਿ ਹਰੇਕ ਕੋਈ ਚਾਹੁੰਦਾ ਸੀ ਕਿ ਅਸੀਂ ਆਪਣੇ ਆਪ ਨੂੰ ਦਿੱਲੀ ਸਰਕਾਰ ਆ ਜਿਹੜੀ ਉਹ ਤੋਂ ਆਜ਼ਾਦ ਕਰ ਸਕੀਏ, ਸੁਤੰਤਰ ਹੋ ਸਕੀਏ। ਸਥਾਨਕ ਪ੍ਰਬੰਧ ਵਿੱਚ ਇਹ ਲੋਕ ਜਿਹੜੇ ਸੀਗੇ ਦਿਲਚਸਪੀ ਨਹੀਂ ਸਨ ਲੈਂਦੇ। ਇਹ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਸਨ। ਕਿੱਥੇ ਰਹਿੰਦੇ ਸੀ? ਵੱਡੀਆਂ ਵੱਡੀਆਂ ਹਵੇਲੀਆਂ ਵਿੱਚ। ਇਹ ਕਈ ਵਿਆਹ ਕਰਵਾਉਂਦੇ ਸਨ। ਇਹ ਮਰਦ ਅਤੇ ਤੀਵੀਆਂ ਨੂੰ ਜਿਹੜਾ ਸੀਗਾ ਨੌਕਰ ਰੱਖਦੇ ਸਨ। ਉਹਨਾਂ ਨੂੰ ਗੁਲਾਮ ਕਿਹਾ ਜਾਂਦਾ ਸੀ। ਅਮੀਰ ਹੋਣ ਕਰਕੇ ਲੋਕ ਜਿਹੜੇ ਸੀਗੇ ਐਸ਼ ਪ੍ਰਸਤ ਅਤੇ ਦੁਰਾਚਾਰੀ ਜਿਹੜੇ ਸੀਗੇ। ਅੱਗੇ ਹੈਗਾ ਉਲਮਾ ਅਤੇ ਸ਼ੈਦ। ਇਹ ਇੰਪੋਰਟੈਂਟ ਆ। ਮੁਸਲਮਾਨਾਂ ਦੀ ਧਾਰਮਿਕ ਜਮਾਤ ਵੀ ਅੱਗੇ ਜਿਹੜੀ ਸੀਗੀ ਸ਼੍ਰੇਣੀਆਂ ਵਿੱਚ ਵੰਡੀ ਹੋਈ ਸੀਗੀ। ਕਿਹੜੀਆਂ-ਕਿਹੜੀਆਂ? ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਘੇ ਵਿਦਵਾਨ ਹੁੰਦੇ ਸਨ। ਇਹ ਤੋਂ ਬਿਨਾਂ ਕੀ ਆ ਕਿ ਉਲਮਾ ਤੋਂ ਇਲਾਵਾ ਇੱਕ ਜਿਹੜੀ ਸ਼੍ਰੇਣੀ ਸੀਗੀ ਸ਼ੈਦਾਂ ਦੀ ਹੁੰਦੀ ਸੀਗੀ। ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ। ਹਾਂਜੀ, ਇਹ ਕੁਐਸਚਨ ਪੁੱਛ ਲਿਆ ਜਾਂਦਾ ਕਿ ਸ਼ੈਦ ਕੌਣ ਸੀਗੇ? ਇਹ ਉਹ ਸੀਗੇ ਜਿਹੜੇ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਿਮਾ ਜਿਹੜੀ ਸੀਗੀ ਉਹਦੀ ਸੰਤਾਨ ਮੰਨਦੇ ਸੀ। ਇਹਨਾਂ ਦਾ ਵੀ ਸਮਾਜ ਵਿੱਚ ਕਾਫੀ ਜਿਹੜਾ ਸੀ ਸਤਿਕਾਰ ਸੀਗਾ। ਉਪਰੋਕਤ ਦੋਹਾਂ ਵਰਗਾਂ ਨੇ ਲੋਕਾਂ ਨੂੰ ਮੁਸਲਮਾਨੀ ਕਾਨੂੰਨ ਦੇ ਵਿਦਵਾਨ ਅਤੇ ਧਾਰਮਿਕ ਆਗੂ ਜਿਹੜੇ ਸੀਗੇ ਮੰਨਿਆ ਸੀ। ਕਿਹੜੇ 2 ਵਰਗਾਂ ਨੂੰ? ਉਲਮਾ ਨੂੰ ਅਤੇ ਸ਼ੈਦਾਂ ਨੂੰ। ਠੀਕ ਹੈ। ਅੱਗੇ ਹੈ ਸ਼ੇਖ, ਮੁੱਲਾ ਅਤੇ ਕਾਜ਼ੀ ਵੀ ਧਾਰਮਿਕ ਸ਼੍ਰੇਣੀ ਵਿੱਚ ਆਉਂਦੇ ਸਨ। ਹਾਂਜੀ, ਉਲਮਾ ਅਤੇ ਸ਼ੈਦਾਂ ਤੋਂ ਬਿਨਾਂ ਹੋਰ ਕੌਣ ਸੀਗੇ? ਸ਼ੇਖ, ਮੁੱਲਾ ਅਤੇ ਕਾਜ਼ੀ ਜਿਹੜੇ ਸੀਗੇ ਇਹ ਵੀ ਧਾਰਮਿਕ ਸ਼੍ਰੇਣੀ ਵਿੱਚ ਆਉਂਦੇ ਸਨ। ਇਹ ਲੋਕ ਵੀ ਇਸਲਾਮੀ ਕਾਨੂੰਨ ਦੇ ਵਿਦਵਾਨ ਸਨ। ਇਹਨਾਂ ਨੂੰ ਵੀ ਇਸਲਾਮ ਦੇ ਧਾਰਮਿਕ ਆਗੂ ਜਿਹੜੇ ਸੀ ਮੰਨਿਆ ਜਾਂਦਾ ਸੀ। ਇਹ ਲੋਕਾਂ ਦੀ ਗਿਆਨਤਾ ਦਾ ਪੂਰਾ ਲਾਭ ਉਠਾਉਂਦੇ ਸਨ। ਕਾਜ਼ੀਆਂ ਨੂੰ ਨਿਆਂ ਕਰਨ ਦਾ ਕੰਮ ਦਿੱਤਾ ਜਾਂਦਾ ਸੀ। ਹਾਂਜੀ, ਮੁਸਲਿਮ ਸਮਾਜ ਵਿੱਚ ਨਿਆਂ ਕਰਨ ਦਾ ਕੰਮ ਕਿਹਨੂੰ ਦਿੱਤਾ ਜਾਂਦਾ ਸੀ? ਕਾਜ਼ੀਆਂ ਨੂੰ। ਇਹਨਾਂ ਵਿੱਚੋਂ ਕਈ ਕਾਜ਼ੀ ਜਿਹੜੇ ਸੀਗੇ ਉਹ ਲਾਲਚੀ ਵੀ ਹੁੰਦੇ ਸੀਗੇ। ਹੁਣ ਆ ਗਏ ਮੱਧ ਸ਼੍ਰੇਣੀ ਦੇ ਜਾਂ ਜਿਹੜੇ ਮਿਡਲ ਕਲਾਸ ਲੋਕ ਸੀਗੇ ਉਹਨਾਂ ਦਾ ਜੀਵਨ ਮੁਸਲਮਾਨ ਸ਼੍ਰੇਣੀ ਦੇ ਵਿੱਚ। ਇਸ ਸ਼੍ਰੇਣੀ ਵਿੱਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ। ਇਹਨਾਂ ਦੀ ਆਰਥਿਕ ਹਾਲਤ ਚੰਗੀ ਸੀ। ਸਰਕਾਰੀ ਪਦਵੀਆਂ ਉੱਤੇ ਸਥਾਪਿਤ ਲੋਕਾਂ ਦਾ ਸਮਾਜਿਕ ਪੱਧਰ ਜਿਹੜਾ ਸੀ ਉੱਚਾ ਗਿਣਿਆ ਜਾਂਦਾ ਸੀ। ਫਿਰ ਹੈਗਾ ਗੁਲਾਮ। ਮੁਸਲਮਾਨੀ ਸਮਾਜ ਵਿੱਚ ਸਭਨਾਂ ਤੋਂ ਨੀਵਾਂ ਦਰਜਾ ਜਿਹੜਾ ਸੀ ਕਿਹਦਾ ਹੁੰਦਾ ਸੀ? ਕਾਮਿਆਂ ਦਾ ਹੁੰਦਾ ਸੀ। ਉਹਦੇ ਵਿੱਚ ਕੌਣ ਕੌਣ ਹੁੰਦਾ ਸੀ? ਜੁਲਾਹੇ ਆ ਜਾਂਦੇ ਸੀ, ਘੁਮਿਆਰ ਆ ਜਾਂਦੇ ਸੀ, ਮਜ਼ਦੂਰ ਆ ਜਾਂਦੇ ਸੀ, ਗੁਲਾਮਾਂ ਅਤੇ ਜਿਹੜੇ ਖੁਸਰਿਆਂ ਦੇ ਹਿਜੜੇ ਹੈ ਨਾ ਆਦਿ ਜਿਹੜੇ ਸੀਗੇ ਸ਼ਾਮਿਲ ਸੀਗੇ। ਗੁਲਾਮ ਲੜਾਈ ਦੇ ਮੈਦਾਨ ਵਿੱਚ ਹਾਰੇ ਵੈਰੀ ਦੇ ਬੰਦੇ ਵੀ ਹੁੰਦੇ ਸਨ। ਹਾਂਜੀ, ਮਤਲਬ ਕਿ ਜਦੋਂ ਲੜਾਈ ਦੇ ਮੈਦਾਨ ਵਿੱਚ ਕੋਈ ਹਾਰ ਜਾਂਦਾ ਸੀ ਉਹਦੇ ਜਿਹੜੇ ਬਾਕੀ ਬੱਚੇ ਜਿਉਂਦੇ ਬੰਦੇ ਹੁੰਦੇ ਸੀ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ। ਇਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚੋਂ ਖਰੀਦ ਕੇ ਵੀ ਲਿਆਂਦਾ ਜਾਂਦਾ ਸੀਗਾ। ਹਿਜੜੇ ਗੁਲਾਮਾਂ ਨੂੰ ਬੇਗਮਾਂ ਦੀ ਖਿਦਮਤ ਕਰਨ ਲਈ ਰਣਵਾਸਾਂ ਵਿੱਚ ਰੱਖਿਆ ਜਾਂਦਾ ਸੀ। ਹਾਂਜੀ, ਜਿਹੜੇ ਹਿਜੜੇ ਹੁੰਦੇ ਸੀਗੇ ਉਹਨਾਂ ਨੂੰ ਜਿਹੜੀਆਂ ਮੁਸਲਮਾਨਾਂ ਦੀਆਂ ਬੇਗਮਾਂ ਹੁੰਦੀਆਂ ਸੀਗੀਆਂ ਉਹਨਾਂ ਦੀ ਜਿਹੜੀ ਸੀਗੀ ਦੇਖਭਾਲ ਕਰਨ ਲਈ ਰੱਖਿਆ ਜਾਂਦਾ ਸੀ। ਕਈ ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ ਪਰਚਾਵੇ ਦਾ ਸਾਧਨ ਹੁੰਦੀਆਂ ਸਨ। ਇਹਨਾਂ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਮਿਲ ਜਾਂਦੀ ਸੀ। ਉਹਨਾਂ ਦੀ ਸਮਾਜਿਕ ਅਵਸਥਾ ਉਹਨਾਂ ਦੇ ਮਾਲਕ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ। ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚ ਪਦਵੀ ਲੈ ਸਕਦੇ ਜਾਂ ਛੁਟਕਾਰਾ ਪਾ ਸਕਦੇ ਸਨ।
ਅੱਗੇ ਆ ਗਿਆ ਕਿ ਹੁਣ ਉਹਨਾਂ ਦਾ ਜਿਹੜਾ ਸੀਗਾ ਭੋਜਨ ਸੀ, ਫੂਡ ਸੀ, ਉਹ ਕਿੱਦਾਂ ਦਾ ਸੀ। ਮੁਸਲਿਮ ਸਮਾਜ ਵਿੱਚ ਅਮੀਰ ਸਰਦਾਰ, ਸ਼ੈਦਾਂ, ਸਿੱਖਾਂ, ਮੁੱਲਾਂ, ਕਾਜ਼ੀਆਂ ਦੇ ਭੋਜਨ ਵਿੱਚ ਕੀ ਸ਼ਾਮਿਲ ਸੀਗਾ ਉਹ ਦੇਖਦੇ ਹਾਂ ਪਹਿਲਾਂ। ਮੱਖਣ, ਮਿਰਚ ਮਸਾਲੇ ਦੀ ਵਰਤੋਂ ਜਿਹੜੀ ਸੀ ਬਹੁਤ ਹੁੰਦੀ ਸੀ। ਪੁਲਾਓ ਅਤੇ ਕੋਰਮਾ ਉਹਨਾਂ ਦਾ ਮਨਭਾਉਂਦਾ ਖਾਣਾ ਸੀ। ਮਿੱਠੇ ਪਕਵਾਨਾਂ ਵਿੱਚ ਹਲਵਾ ਅਤੇ ਸ਼ਰਬਤ ਜਿਹੜੇ ਸੀ ਬਹੁਤ ਪ੍ਰਚਲਿਤ ਸੀ। ਉਸ ਵੇਲੇ ਦੇ ਮੁਸਲਿਮ ਸਮਾਜ ਵਿੱਚ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਜਿਹੜਾ ਸੀ ਆਮ ਹੁੰਦਾ ਸੀ। ਸਧਾਰਨ ਮੁਸਲਮਾਨ ਜਿਹੜੇ ਸੀਗੇ ਉਹ ਕੀ ਸੀਗੇ, ਮਾਸਾਹਾਰੀ ਹੁੰਦੇ ਸੀਗੇ। ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਜਿਹੜਾ ਸੀ ਉਹਨਾਂ ਦਾ ਨਿੱਤ ਦਾ ਭੋਜਨ ਹੁੰਦਾ ਸੀ। ਕਿਹਨਾਂ ਦਾ, ਜਿਹੜੇ ਸਧਾਰਨ ਮੁਸਲਮਾਨ ਹੁੰਦੇ ਸੀਗੇ। ਉਹ ਭੋਜਨ ਬਾਜ਼ਾਰਾਂ ਵਿੱਚੋਂ ਮਿਲ ਜਾਂਦਾ ਸੀ। ਮੁਸਲਮਾਨ ਕਾਮਿਆਂ ਵਿੱਚ ਭੋਜਨ ਨਾਲ ਲੱਸੀ ਪੀਣ ਦਾ ਵੀ ਆਮ ਜਿਹੜਾ ਸੀ ਰਿਵਾਜ ਸੀਗਾ। ਹੁਣ ਅੱਗੇ ਦੇਖਦੇ ਹਾਂ ਕਿ ਜਿਹੜੇ ਮੁਸਲਮਾਨ ਸੀ ਉਹਨਾਂ ਦਾ ਪਹਿਰਾਵਾ ਜਿਹੜਾ ਸੀਗਾ, ਡਰੈਸ ਆਫ ਦਾ ਮੁਸਲਿਮਸ ਕਿੱਦਾਂ ਦੀ ਸੀ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ। ਕਿੱਦਾਂ ਦਾ ਪਹਿਰਾਵਾ ਸੀ ਉਹਨਾਂ ਦਾ, ਭੜਕੀਲਾ ਅਤੇ ਕੀਮਤੀ। ਉਹਨਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਹੁੰਦੇ ਸਨ। ਅਮੀਰ ਲੋਕ ਤੁਰੇ ਜਾਂ ਤੁਰਲੇ ਵਾਲੀਆਂ ਜਿਹੜੀਆਂ ਪੱਗੜੀਆਂ ਬੰਨ੍ਹਦੇ ਸੀ, ਇੱਦਾਂ ਕਿ ਜਿਹੜੀ ਪੱਗੜੀ ਮਤਲਬ ਇੱਦਾਂ ਬੰਨੀ ਹੁੰਦੀ ਸੀ, ਉਹਦੇ ਉੱਪਰ ਇੱਦਾਂ ਛੱਟ ਲੈਂਦੇ ਹੁੰਦੇ ਸੀ, ਉਹਨੂੰ ਕਹਿੰਦੇ ਸੀ ਤੁਰਲੇ ਵਾਲੀ ਪੱਗੜੀ। ਪੱਗ ਨੂੰ ਜਿਹੜਾ ਸੀ ਉਹਨਾਂ ਦੇ ਟਾਈਮ ਵਿੱਚ ਚੀਰਾ ਵੀ ਕਿਹਾ ਜਾਂਦਾ ਸੀ। ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ। ਆਪਣੀ ਜੇਬ ਵਿੱਚ ਰੁਮਾਲ ਰੱਖਦੇ ਸਨ। ਉਹ ਲਾਲ ਜੁੱਤਾ ਪਹਿਨਦੇ ਸਨ। ਉਹਨਾਂ ਦੇ ਸਿਰ ਉੱਤੇ ਆਮ ਜਿਹਾ ਕੁੱਲਾ ਹੁੰਦਾ ਸੀ। ਜਿਹੜੀ ਮੁਸਲਮਾਨਾਂ ਦੇ ਪੱਗੜੀ ਟਾਈਪ ਜੀ ਬੰਨੀ ਹੁੰਦੀ ਉਹਨੂੰ ਕਹਿੰਦੇ ਆ ਕੁੱਲਾ। ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਉਹ 7 ਗਜ਼ਾਂ ਦੀ ਪੱਗ ਜਿਹੜੀ ਸੀ ਬੰਨ੍ਹਦੇ ਸਨ। ਉਹ ਪਿੱਠ ਉੱਤੇ ਪੱਗ ਦਾ ਲੜ ਵੀ ਛੱਡਦੇ ਸਨ। ਉਹ ਆਮ ਕਮੀਜ਼ ਅਤੇ ਪਜਾਮਾ ਪਹਿਨਦੇ ਸਨ। ਜਿਵੇਂ ਆਪਾਂ ਹੁਣ ਦੇਖਦੇ ਨਾ ਅਫਗਾਨੀ 'ਚ ਜਿਹੜੇ ਮਰਦ ਹੁੰਦੇ ਉਹਨਾਂ ਦਾ ਪਹਿਰਾਵਾ ਹੁੰਦਾ ਵਾ ਉਸ ਤਰ੍ਹਾਂ ਦਾ। ਪਾਕਿਸਤਾਨੀਆਂ ਦਾ ਵੀ ਆ, ਹੁਣ ਆਪਾਂ ਦੇਖਦੇ ਹਾਂ ਉੱਦਾਂ ਦਾ। ਉਹ ਜੁਰਾਬ ਅਤੇ ਜੁੱਤਾ ਵੀ ਪਹਿਨਦੇ ਸਨ। ਸੂਫੀ ਲੋਕ ਖੁੱਲ੍ਹਾ ਜਿਹੜਾ ਸੀ ਚੋਗਾ ਪਹਿਨਦੇ ਸੀ, ਇੱਕ ਤਰ੍ਹਾਂ ਦਾ ਕਾਫੀ ਖੁੱਲ੍ਹਾ ਜਿਹਾ ਹੁੰਦਾ ਸੀਗਾ ਪੈਰਾਂ ਤੱਕ। ਮੁਸਲਮਾਨ ਇਸਤਰੀਆਂ ਜਿਹੜੀਆਂ ਸੀ ਉਹਨਾਂ ਦਾ ਪਹਿਰਾਵਾ ਕੀ ਸੀ, ਜੰਪਰ, ਘੱਗਰਾ ਅਤੇ ਉਸਦੇ ਹੇਠਾਂ ਤੰਗ ਪਜਾਮਾ ਪਹਿਨਦੀਆਂ ਸਨ। ਪਰਦੇ ਲਈ ਬੁਰਕੇ ਦਾ ਪ੍ਰਯੋਗ ਕੀਤਾ ਜਾਂਦਾ ਸੀ, ਜਿਹੜਾ ਕਿ ਇੱਕ ਬਲੈਕ ਰੰਗ ਦਾ ਹੁੰਦਾ ਵਾ, ਸਾਰੇ ਕੱਪੜਿਆਂ ਦੇ ਉੱਪਰੋਂ ਦੀ ਪਹਿਨਿਆ ਜਾਂਦਾ। ਉਹਨਾਂ ਦਾ ਫੇਸ ਆ ਜਿਹੜਾ ਉਹ ਵੀ ਕਵਰ ਹੋ ਜਾਂਦਾ ਸਾਰਾ। ਉੱਚ ਸ਼੍ਰੇਣੀ ਦੀਆਂ ਤੀਵੀਆਂ ਆਮ ਤੌਰ 'ਤੇ ਦਾਸ ਦਾਸੀਆਂ ਦੇ ਝੁਰਮਟਾਂ ਵਿਚਕਾਰ ਬੰਦ ਡੋਲੀਆਂ ਵਿੱਚ ਆਉਂਦੀਆਂ ਜਾਂਦੀਆਂ ਸੀਗੀਆਂ। ਅੱਗੇ ਹੈਗੇ ਗਹਿਣੇ। ਅਫਸਰ ਲੋਕ ਆਪਣੀਆਂ ਉਂਗਲਾਂ ਵਿੱਚ ਚਾਂਦੀ ਅਤੇ ਸੋਨੇ ਦੀਆਂ ਛਾਪਾਂ ਪਾਉਂਦੇ ਸਨ। ਉਹ ਮੋਤੀ, ਮਣਕੇ ਅਤੇ ਪੱਥਰ ਵੀ ਪਹਿਨਦੇ ਸਨ। ਉਹ ਸੋਨੇ ਚਾਂਦੀ ਦੇ ਗਹਿਣੇ ਪਹਿਨਦੇ ਸਨ। ਫਿਰ ਆ ਗਿਆ ਮਨ ਪਰਚਾਵਾ। ਸਰਦਾਰਾਂ ਅਤੇ ਅਮੀਰਾਂ ਦੀ ਚੁਗਾਨ, ਚੌਪੜ, ਘੋੜਸਵਾਰੀ, ਘੋੜ ਦੌੜ ਆਦਿ ਮਨ ਭਾਉਂਦੀਆਂ ਖੇਡਾਂ ਸਨ। ਨਾਚ ਦੇਖਣੇ ਅਤੇ ਗੀਤ ਸੁਣਨਾ ਅਮੀਰ ਲੋਕਾਂ ਦਾ ਜਿਹੜਾ ਸੀਗਾ ਸ਼ੌਂਕ ਸੀਗਾ। ਚੌਪੜ ਦੀ ਖੇਡ ਅਮੀਰਾਂ ਅਤੇ ਗਰੀਬਾਂ ਵਿੱਚ ਪ੍ਰਚਲਿਤ ਸੀ, ਦੋਨਾਂ ਵਿੱਚ ਹੀ। ਆਮ ਬੰਦਾ ਜਿਹੜਾ ਸੀ ਮੌਸਮੀ ਤਿਉਹਾਰਾਂ ਅਤੇ ਧਾਰਮਿਕ ਯਾਤਰਾ ਕਰਕੇ ਮਨ ਪਰਚਾ ਲੈਂਦਾ ਸੀਗਾ। ਜਿਹੜੇ ਆਮ ਲੋਕ ਹੁੰਦੇ ਸੀ, ਆਮ ਜਨਤਾ ਸੀ। ਵਹਿਮ ਅਤੇ ਅਗਿਆਨਤਾ। ਮਾਲ ਅਤੇ ਧਨ ਦੇ ਵਧਣ ਨਾਲ ਮੁਸਲਮਾਨਾਂ ਵਿੱਚ ਵਹਿਮਾਂ ਭਰਮਾਂ ਦਾ ਵੀ ਵਾਧਾ ਹੋਇਆ। ਲੋਕ ਜਾਦੂ ਟੂਣਿਆਂ, ਤਬੀਤਾਂ, ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦੇ ਸਨ। ਪੈਰ ਪੈਰ 'ਤੇ ਸ਼ੁੱਭ ਅਸ਼ੁੱਭ ਜਿਹੜਾ ਸੀ ਵਿਚਾਰਿਆ ਜਾਣ ਲੱਗ ਪਏ ਸਨ। ਲੋਕਾਂ ਵਿੱਚ ਅਗਿਆਨਤਾ ਦਾ ਜਿਹੜਾ ਜ਼ੋਰ ਸੀਗਾ ਉਸ ਟਾਈਮ ਦੇ ਵਿੱਚ। ਅੱਗੇ ਹੈਗਾ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ। ਮੁਸਲਮਾਨੀ ਸਮਾਜ ਵਿੱਚ ਇਸਤਰੀਆਂ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਸੀ। ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਇਸਤਰੀਆਂ ਦੇ ਜਿਹੜੇ ਸੀਗੇ ਹਰਮ ਹੁੰਦੇ ਸੀ, ਜਿੱਥੇ ਬਹੁਤ ਸਾਰੀਆਂ ਇਸਤਰੀਆਂ ਰਹਿੰਦੀਆਂ ਸੀ। ਅੱਗੇ ਜਿਹੜੀਆਂ ਉਹ ਇਸਤਰੀਆਂ ਹੁੰਦੀਆਂ ਸੀ ਉਹਨਾਂ ਦੇ ਸੇਵਾ ਦੇ ਲਈ ਬਹੁਤ ਸਾਰੀਆਂ ਦਾਸੀਆਂ ਰੱਖੀਆਂ ਜਾਂਦੀਆਂ ਸੀ ਜਾਂ ਰਖੇਲਾਂ ਰੱਖੀਆਂ ਜਾਂਦੀਆਂ ਸੀ। ਰਖੇਲਾਂ ਕਿ ਬਿਨਾਂ ਮੈਰਿਜ ਕਰਵਾਏ ਜਿਹੜੇ ਸੀਗੇ ਉਹਨਾਂ ਨੂੰ ਉਹ ਰੱਖਦੇ ਸੀਗੇ। ਉਸ ਸਮੇਂ ਪਰਦੇ ਦਾ ਜਿਹੜਾ ਰਿਵਾਜ ਆਮ ਸੀ। ਸਧਾਰਨ ਮੁਸਲਿਮ ਘਰਾਂ ਵਿੱਚ ਜਿਹੜੇ ਸੀਗੇ ਘਰਾਂ ਵਿੱਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ। ਉਸ ਥਾਂ ਨੂੰ ਕੀ ਸੀ, ਜਨਾਨਖਾਨਾ ਕਿਹਾ ਜਾਂਦਾ ਸੀ। ਉਹਨਾਂ ਘਰਾਂ ਦੀਆਂ ਇਸਤਰੀਆਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ। ਪੇਂਡੂ ਮੁਸਲਮਾਨ ਇਸਤਰੀਆਂ ਵਿੱਚ ਕਰੜੇ ਪਰਦੇ ਦਾ ਰਿਵਾਜ ਜਿਹੜਾ ਨਹੀਂ ਸੀਗਾ। ਅੱਗੇ ਹੈ ਹਿੰਦੂਆਂ ਦੀ ਸਮਾਜਿਕ ਦਸ਼ਾ ਕਿਹੋ ਜਿਹੀ ਸੀ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਦੀ ਸਮਾਜਿਕ ਦਸ਼ਾ ਬੜੀ ਭੈੜੀ ਸੀ। ਉਹਨਾਂ ਨੂੰ ਜਿਹੜੇ ਸੀਗੇ ਮੁਸਲਮਾਨ ਜਾਂ ਤਾਂ ਜਿੰਮੀ ਕਹਿੰਦੇ ਸੀ ਅਤੇ ਜਾਂ ਉਹਨਾਂ ਨੂੰ ਦਾਸ ਜਿਹੜੇ ਸੀ, ਜਿੰਮੀ ਜਾਂ ਦਾਸ ਸਮਝਿਆ ਜਾਂਦਾ ਸੀ। ਉਹਨਾਂ ਨੂੰ ਜਜ਼ੀਆ ਅਤੇ ਯਾਤਰਾ ਜਿਹੜਾ ਸੀ ਪ੍ਰਚਾਰ ਕਰ ਦੇਣੇ ਪੈਂਦੇ ਸੀਗੇ। ਕਰ ਗਰਾਉਣ ਲੱਗਿਆਂ ਹਿੰਦੂਆਂ ਉੱਤੇ ਬਹੁਤ ਸਖਤੀ ਕੀਤੀ ਜਾਂਦੀ ਸੀ, ਉਹਨਾਂ 'ਤੇ ਜ਼ੁਲਮ ਕੀਤਾ ਜਾਂਦਾ ਸੀਗਾ। ਇਸ ਚੀਜ਼ ਤੋਂ ਬਚਣ ਲਈ ਜਿਹੜੇ ਹਿੰਦੂ ਸੀਗੇ ਉਹ ਕੀ ਸੀਗੇ ਕਿ ਹਿੰਦੂ ਲੋਕ ਇਸਲਾਮ ਮਤ ਨੂੰ ਵੀ ਧਾਰਨ ਕਰ ਲੈਂਦੇ ਸੀਗੇ, ਉਹ ਮੁਸਲਮਾਨ ਬਣ ਜਾਂਦੇ ਸੀ। ਹਿੰਦੂ ਫਕੀਰ ਅਧਿਆਤਮਕ ਸਿੱਖਿਆ ਦਾ ਪ੍ਰਚਾਰ ਵੀ ਨਹੀਂ ਸਨ ਕਰ ਸਕਦੇ। ਜਿਹੜੇ ਹਿੰਦੂ ਫਕੀਰ ਸੀਗੇ ਮੁਸਲਮਾਨਾਂ ਦੇ ਫਕੀਰਾਂ ਵਾਂਗੂ ਉਹ ਜਿਹੜਾ ਸੀ ਆਪਣਾ ਪ੍ਰਚਾਰ ਨਹੀਂ ਕਰ ਸਕਦੇ ਸੀਗੇ।
ਹੁਕਮਾਦੁਲੀ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਹਿੰਦੂਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਨਹੀਂ ਸੀ। ਕਦੋਂ? ਮੁਸਲਮਾਨਾਂ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਸੁਰੱਖਿਆ ਵੀ ਨਹੀਂ ਸੀ ਮਿਲਦੀ। ਸਿੱਟੇ ਵਜੋਂ ਉਸ ਸਮੇਂ ਹਿੰਦੂਆਂ ਦੀ ਸਮਾਜਿਕ ਦਸ਼ਾ ਬਹੁਤ ਭੈੜੀ ਸੀ। ਜਾਤ ਪਾਤ, ਹੁਣ ਹਿੰਦੂ ਸਮਾਜ ਜਿਹੜਾ ਸੀ ਉਹਦੇ ਆਪਣੇ ਆਪ ਵਿੱਚ ਵੀ ਬਹੁਤ ਜ਼ਿਆਦਾ ਕਮੀਆਂ ਸੀ। ਉਹ ਕਿਹੜੀਆਂ ਸੀ? ਉਸ ਸਮੇਂ ਦਾ ਹਿੰਦੂ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਜਾਤਾਂ ਤੋਂ ਬਿਨਾਂ ਹੋਰ ਵੀ ਉਪਜਾਤਾਂ ਜਿਹੜੀਆਂ ਸੀ ਪੈਦਾ ਹੋ ਚੁੱਕੀਆਂ ਸਨ। ਬ੍ਰਾਹਮਣ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਜਿਹੜੇ ਸੀਗੇ ਸਵਾਰਥੀ ਬਣ ਗਏ ਸੀਗੇ। ਕੁਲੀਨ ਹੋਣ ਕਰਕੇ ਉਹਨਾਂ ਨੂੰ ਜਿਹੜਾ ਕੀ ਸੀਗਾ ਕਿ ਜਜ਼ੀਆ ਕਰ ਨਹੀਂ ਸੀ ਦੇਣਾ ਪੈਂਦਾ। ਇਸ ਲਈ ਉਹ ਵੇਲੇ ਦੇ ਮੁਸਲਮਾਨ ਹਾਕਮ ਦੀ ਖੁਸ਼ਾਮਦ ਕਰਦੇ ਆਪਣੀ ਸ਼੍ਰੇਣੀ ਨੂੰ ਸੁਰੱਖਿਅਤ ਰੱਖਦੇ ਸਨ। ਕੌਣ? ਬ੍ਰਾਹਮਣ ਜਿਹੜੇ ਸੀਗੇ। ਬ੍ਰਾਹਮਣਾਂ ਨੇ ਹਿੰਦੂ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਬੇਲੋੜ ਸੰਸਕਾਰਾਂ ਵਿੱਚ ਫਸਾ ਦਿੱਤਾ ਸੀ। ਧਰਮ ਦੇ ਨਾਂ 'ਤੇ ਬ੍ਰਾਹਮਣ ਪੈਸਾ ਕਮਾਉਣ ਲੱਗੇ ਸਨ। ਉਹ ਛੂਤ ਛਾਤ ਦਾ ਪ੍ਰਚਾਰ ਵੀ ਕਰਦੇ ਸਨ। ਛੂਤ ਛਾਤ ਮਤਲਬ ਇਹ ਕਿ ਜਦੋਂ ਕੋਈ ਮਤਲਬ ਨੀਵੀਂ ਜਾਤੀ ਦੇ ਲੋਕ ਉਹਨਾਂ ਨਾਲ ਟੱਚ ਹੋ ਜਾਂਦੇ ਸੀਗੇ, ਠੀਕ ਆ, ਤਾਂ ਉਹ ਉਸ ਨੂੰ ਬਹੁਤ ਭੈੜਾ ਮੰਨਦੇ ਸੀ, ਜਾਂ ਤਾਂ ਉਹਨੂੰ ਵਿਚਾਰੇ ਨੂੰ ਕੁੱਟਦੇ ਹੁੰਦੇ ਸੀਗੇ, ਜਾਂ ਫਿਰ ਉਹ ਕੀ ਸੀਗਾ ਕਿ ਨਹਾਉਂਦੇ ਹੀ ਰਹਿੰਦੇ ਹੁੰਦੇ ਸੀਗੇ। ਜੇ ਕਿਸੇ ਦਾ ਪਰਛਾਵਾਂ ਪੈ ਜਾਂਦਾ ਸੀ ਤਾਂ ਵੀ ਉਹਨੂੰ ਸ਼ੁੱਭ ਮੰਨਦੇ ਸੀ ਕਿ ਹਾਂ ਕਿਸੇ ਸ਼ੂਦਰ ਦਾ ਸਾਡੇ 'ਤੇ ਪਰਛਾਵਾਂ ਕਿਉਂ ਪੈ ਗਿਆ। ਅੱਗੇ ਹੈ ਹਿੰਦੂਆਂ ਦੀਆਂ ਜਾਤਾਂ ਅਤੇ ਉਪਜਾਤਾਂ ਦਾ ਆਪਸੀ ਮੇਲ ਜੋਲ ਘੱਟ ਸੀ। ਉਹਨਾਂ ਦੇ ਰਸਮ ਰਿਵਾਜ ਜਿਹੜੇ ਸੀਗੇ ਵੱਖਰੇ ਵੱਖਰੇ ਸਨ। ਵੈਸ਼ ਅਤੇ ਖੱਤਰੀਆਂ ਦੀ ਹਾਲਤ ਜਿਹੜੀ ਸੀ ਠੀਕ ਸੀ। ਸ਼ੂਦਰਾਂ ਦੀ ਹਾਲਤ ਬੜੀ ਭੈੜੀ ਸੀ। ਉਹਨਾਂ ਦੀਆਂ ਬਸਤੀਆਂ ਪਿੰਡਾਂ ਤੋਂ ਬਾਹਰ ਸਨ। ਉਹਨਾਂ ਲਈ ਮੰਦਰਾਂ ਅਤੇ ਤੀਰਥਾਂ ਦੇ ਦਰਵਾਜ਼ੇ ਜਿਹੜੇ ਸੀ ਬੰਦ ਸਨ। ਨਾ ਤਾਂ ਉਹ ਮੰਦਰ ਵਿੱਚ ਜਾ ਸਕਦੇ ਸੀ, ਨਾ ਹੀ ਕਿਸੇ ਤੀਰਥ ਸਥਾਨ 'ਤੇ ਜਾ ਸਕਦੇ ਸੀ। ਕਿਸੇ ਸ਼ੂਦਰ ਦਾ ਕਿਸੇ ਬ੍ਰਾਹਮਣ ਜਾਂ ਉੱਚ ਜਾਤੀ ਦੇ ਨਾਲ ਲੱਗ ਜਾਣ ਨੂੰ ਕੀ ਸੀਗਾ? ਗੁਨਾਹ ਸਮਝਿਆ ਜਾਂਦਾ ਸੀ। ਉਸ ਕਾਲ ਦੇ ਹਿੰਦੂ ਸਮਾਜ ਵਿੱਚ ਸ਼ੂਦਰਾਂ ਦੀ ਹਾਲਤ ਬਹੁਤ ਮਾੜੀ ਸੀ। ਹੁਣ ਅੱਗੇ ਹਿੰਦੂਆਂ ਦਾ ਭੋਜਨ ਬਾਰੇ ਪੜ੍ਹਦੇ ਹਾਂ ਆਪਾਂ ਕਿ ਉਹਨਾਂ ਦਾ ਭੋਜਨ ਕਿੱਦਾਂ ਸੀ। ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੂੰ ਹੁੰਦਾ ਸੀ। ਸਧਾਰਨ ਹਿੰਦੂ ਦੇ ਭੋਜਨ ਵਿੱਚ ਦਾਲਾਂ, ਸਬਜ਼ੀਆਂ, ਕਣਕ, ਚੌਲ, ਦੁੱਧ, ਦਹੀਂ, ਘਿਓ ਜਿਹੜਾ ਸੀ ਇਹ ਪ੍ਰਧਾਨ ਸੀ। ਉਹ ਲੋਕ ਰੋਟੀ ਤੋਂ ਬਿਨਾਂ ਖਿਚੜੀ ਖਾਣ ਦੇ ਵੀ ਸ਼ੌਕੀਨ ਸਨ। ਉਹ ਲੱਸੀ ਦੀ ਵਰਤੋਂ ਵੀ ਕਰਦੇ ਸਨ। ਚੌਂਕੇ ਦੀ ਸੁੱਚ ਦਾ ਜਿਹੜਾ ਸੀਗਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀਗਾ, ਮਤਲਬ ਕਿ ਜਿੱਥੇ ਵੀ ਖਾਣਾ ਪਕਾਉਣਾ ਉਹ ਜਗ੍ਹਾ ਸਾਫ਼ ਸੁਥਰੀ ਅਤੇ ਸੁੱਚੀ ਰੱਖੀ ਜਾਂਦੀ ਸੀ। ਹਿੰਦੂ ਲੋਕ ਮਾਸ ਖਾਣਾ ਧਾਰਮਿਕ ਨਿਯਮਾਂ ਦੀ ਉਲੰਘਣਾ ਸਮਝਦੇ ਸਨ। ਨੀਵੀਆਂ ਜਾਤਾਂ ਦੇ ਲੋਕ ਮਾਸ ਜਿਹੜਾ ਸੀ ਖਾਂਦੇ ਸੀ ਹਿੰਦੂ ਸਮਾਜ ਵਿੱਚ, ਠੀਕ ਆ, ਪਰ ਮਾਸ ਉਹਨਾਂ ਦੇ ਨਿੱਤ ਦੇ ਜੀਵਨ ਦਾ ਭਾਗ ਨਹੀਂ ਸੀ। ਉਹ ਲੋਕ ਸ਼ਰਾਬ, ਅਫੀਮ, ਭੰਗ, ਚਰਸ ਆਦਿ ਦੀ ਵੀ ਵਰਤੋਂ ਕਰਦੇ ਸਨ। ਹੁਣ ਹਿੰਦੂਆਂ ਦਾ ਪਹਿਰਾਵਾ ਕੀ ਸੀ? ਹਿੰਦੂਆਂ ਦਾ ਪਹਿਰਾਵਾ ਮੁਸਲਮਾਨਾਂ ਨਾਲੋਂ ਬਹੁਤ ਘਟੀਆ ਸੀ। ਉਹ ਧੋਤੀ ਅਤੇ ਕੁੜਤਾ ਪਹਿਨਦੇ ਸਨ। ਸਿਰ ਉੱਤੇ ਉਹ ਪੱਗੜੀ ਬੰਨ੍ਹਦੇ ਸਨ। ਪੇਂਡੂ ਜਾਂ ਗਰੀਬ ਲੋਕ ਲੰਗੋਟੀ ਬੰਨ੍ਹ ਕੇ ਗੁਜ਼ਾਰਾ ਕਰ ਲੈਂਦੇ ਸਨ। ਉੱਚ ਘਰਾਣਿਆਂ ਦੇ ਲੋਕ ਰੇਸ਼ਮੀ ਅਤੇ ਰੰਗਦਾਰ ਕੱਪੜੇ ਪਹਿਨਦੇ ਸਨ। ਜ਼ਿਆਦਾਤਰ ਲੋਕ ਜਿਹੜੇ ਸੀ ਖਾਦੀ ਕੱਪੜੇ ਹੀ ਪਹਿਨਦੇ ਸਨ। ਇਹ ਸੀਗੇ ਹਿੰਦੂਆਂ ਦੇ ਪਹਿਰਾਵੇ। ਅੱਗੇ ਹੈਗਾ ਹਿੰਦੂ ਇਸਤਰੀਆਂ ਦਾ ਜਿਹੜਾ ਪਹਿਰਾਵਾ ਕੀ ਸੀ। ਹਿੰਦੂ ਇਸਤਰੀਆਂ ਆਮ ਤੌਰ 'ਤੇ ਸਲਵਾਰ ਕਮੀਜ਼, ਦੁਪੱਟਾ ਆਦਿ ਦਾ ਪ੍ਰਯੋਗ ਕਰਦੀਆਂ ਸਨ। ਉਹ ਸਾੜੀ ਵੀ ਪਹਿਨਦੀਆਂ ਸਨ। ਪੇਂਡੂ ਇਸਤਰੀਆਂ ਕੇਵਲ ਇੱਕ ਲਾਂਗੜ ਦੀ ਧੋਤੀ ਹੀ ਪਹਿਨਦੀਆਂ ਸਨ। ਆਮ ਲੋਕ ਜਿਹੜੇ ਸੀਗੇ ਨੰਗੇ ਪੈਰ ਹੀ ਰਹਿੰਦੇ ਸਨ। ਬ੍ਰਾਹਮਣ ਮੱਥੇ ਉੱਤੇ ਜਾਤੀ ਤਿਲਕ ਲਗਾਉਂਦਾ ਸੀ। ਬ੍ਰਾਹਮਣ ਦੇ ਮੱਥੇ ਆਪਾਂ ਅੱਜ ਵੀ ਦੇਖਦੇ ਹਾਂ, ਉਹਨਾਂ ਦੇ ਮੱਥੇ ਉੱਪਰ ਲੱਗਿਆ ਹੋਇਆ ਉਹ ਆਪਣਾ ਜਿਹੜਾ ਸੀ ਤਿਲਕ ਲਗਾ ਕੇ ਰੱਖਦੇ ਸੀ। ਉਹ ਸੁਨਹਿਰੇ ਬਾਰਡਰ ਵਾਲੀ ਧੋਤੀ ਪਹਿਨਦਾ ਸੀ। ਸਾਧੂ ਅਤੇ ਜੋਗੀ ਆਪਣੇ ਹੇਠ ਵਿਛਾਉਣ ਲਈ ਹਿਰਨ ਦੀ ਖੱਲ ਰੱਖਦੇ ਸਨ। ਉਹ ਲੰਗੋਟ ਪਹਿਨ ਕੇ ਰੱਖਦੇ ਸਨ। ਉਹ ਸਿਰ ਮੁੰਨਾ ਕੇ ਕੰਨਾਂ ਵਿੱਚ ਮੁੰਦਰਾਂ ਪਹਿਨ ਕੇ ਘੁੰਮਦੇ ਫਿਰਦੇ ਸਨ। ਉਹਨਾਂ ਦੇ ਹੱਥ ਵਿੱਚ ਇੱਕ ਜਿਹੜਾ ਸੀ ਕਾਸਾ ਹੁੰਦਾ ਸੀ। ਇੱਕ ਮਤਲਬ ਆਪਾਂ ਕਹਿ ਦਈਏ ਭਾਂਡਾ ਹੁੰਦਾ ਵਾ ਜਿਹਦੇ ਹੱਥ 'ਤੇ ਗੜਬੀ ਵਰਗਾ ਹੁੰਦਾ ਅਤੇ ਉਹਨੂੰ ਫੜਨ ਲਈ ਉੱਪਰ ਡੰਡੀ ਲੱਗੀ ਹੁੰਦੀ ਆ, ਉਹਨੂੰ ਕਹਿ ਦਿੰਦੇ ਆ। ਅੱਗੇ ਹੈ ਮਨ ਪਰਚਾਵਾ। ਉਸ ਕਾਲ ਦੇ ਹਿੰਦੂਆਂ ਦੇ ਆਰਥਿਕ ਵਸੀਲੇ ਜਿਹੜੇ ਸੀਗੇ ਬਿਲਕੁਲ ਤੁੱਛ, ਮਤਲਬ ਬਿਲਕੁਲ ਕੀ ਸੀ, ਨਾ ਮਾਤਰ ਸੀਗੇ। ਕਿਰਤੀ ਹੋਣ ਕਾਰਨ ਉਹਨਾਂ ਨੂੰ ਵੇਲ ਜਿਹੜੀ ਸੀਗੀ ਘੱਟ ਹੀ ਮਿਲਦੀ ਸੀ। ਇਸ ਲਈ ਉਹਨਾਂ ਦੇ ਮਨ ਪਰਚਾਵੇ ਦੇ ਸਾਧਨ ਵੀ ਜਿਹੜੇ ਸੀ ਬਹੁਤ ਘੱਟ ਸਨ। ਉਹ ਜੂਆ ਖੇਡ ਕੇ ਮਨ ਪਰਚਾਵਾ ਕਰਦੇ ਸਨ। ਉਹ ਮੌਸਮੀ ਤਿਉਹਾਰਾਂ 'ਤੇ ਜਾ ਕੇ ਵੀ ਮਨ ਪਰਚਾਵਾ ਕਰਦੇ ਸਨ। ਹੁਣ ਹੈਗਾ ਵਹਿਮ ਅਤੇ ਅਗਿਆਨਤਾ। ਉਸ ਕਾਲ ਦੇ ਹਿੰਦੂਆਂ ਵਿੱਚ ਅਨਪੜ੍ਹਤਾ ਅਤੇ ਅਗਿਆਨਤਾ ਸੀ। ਇਸ ਲਈ ਉਹ ਲੋਕ ਝੂਠੇ ਰਿਵਾਜਾਂ ਅਤੇ ਭਰਮਾਂ ਵਿੱਚ ਫਸੇ ਹੋਏ ਸਨ। ਕੌਣ? ਹਿੰਦੂ ਲੋਕ ਜਿਹੜੇ ਸੀਗੇ ਉਹ। ਹੁਣ ਉਹ ਕਿਹੜੇ ਕਿਹੜੇ ਵਹਿਮ ਭਰਮਾਂ 'ਚ ਫਸੇ ਹੋਏ ਸੀਗੇ ਉਹਨਾਂ ਨੂੰ ਦੇਖਦੇ ਹਾਂ ਅੱਗੇ। ਉਹ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਬਹੁਮੁੱਲੀਆਂ ਕੁਰਬਾਨੀਆਂ ਦਿੰਦੇ ਸਨ। ਉਹ ਲੋਕ ਜਾਦੂ ਟੂਣਿਆਂ, ਤਵੀਤਾਂ, ਕਰਾਮਾਤਾਂ ਆਦਿ ਵਿੱਚ ਕੀ ਸੀਗਾ ਵਿਸ਼ਵਾਸ ਰੱਖਦੇ ਸੀਗੇ। ਹੁਣ ਕਿ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ। ਇਸਤਰੀ ਦੀ ਦਸ਼ਾ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਸਮਾਜ ਵਿੱਚ ਇਸਤਰੀ ਦੀ ਦਸ਼ਾ ਬੜੀ ਕੀ ਸੀ?
ਤਰਸਯੋਗ ਸੀ। ਲੜਕੀ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਕਈ ਲੋਕ ਜੰਮਦੀ ਬੱਚੀ ਨੂੰ ਮਾਰ ਦਿੰਦੇ ਸਨ। ਲੜਕੀ ਨੂੰ ਛੋਟੀ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਸੀ। ਇੱਕ ਪਤੀ ਦੀਆਂ ਇੱਕ ਤੋਂ ਵੱਧ ਪਤਨੀਆਂ ਵੀ ਹੁੰਦੀਆਂ ਸਨ। ਉਸ ਵੇਲੇ ਸਤੀ ਵਰਗੀ ਭੈੜੀ ਰਸਮ ਵੀ ਪ੍ਰਚਲਿਤ ਸੀ। ਪਤੀ ਦੀ ਚਿਤਾ ਉੱਤੇ ਪਤਨੀ ਨੂੰ ਜਿਉਂਦੀ ਸੜਨਾ ਪੈਂਦਾ ਸੀ, ਉਹਨੂੰ ਹੀ ਸਤੀ ਪ੍ਰਥਾ ਕਹਿੰਦੇ ਸੀਗੇ। ਫਿਰ ਹੈ ਇਸਤਰੀ ਲਈ ਯੋਗ ਥਾਂ ਸਹੁਰਾ ਘਰ ਹੀ ਸਮਝਿਆ ਜਾਂਦਾ ਸੀ। ਚਾਰ ਦੀਵਾਰੀ ਦੇ ਅੰਦਰ ਰਹਿਣਾ ਹੀ ਇਸਤਰੀ ਲਈ ਉਚਿਤ ਸਮਝਿਆ ਜਾਂਦਾ ਸੀ। ਉਸ ਨੂੰ ਬਾਹਰ ਜਾਂਦਿਆਂ ਪਰਦਾ ਕਰਨਾ ਪੈਂਦਾ ਸੀ ਅਤੇ ਉਸ ਕਾਲ ਵਿੱਚ ਇਸਤਰੀ ਜਿਹੜੀ ਸੀ ਵਿੱਦਿਆ ਦਾ ਰਿਵਾਜ ਬਹੁਤ ਘੱਟ ਸੀ। ਇਸ ਤਰ੍ਹਾਂ ਆਪਾਂ ਦੇਖਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਜਿਹੜਾ ਕਾਲ ਸੀ, ਚਾਹੇ ਉਹ ਮੁਸਲਮਾਨਾਂ ਦਾ ਸੀ ਚਾਹੇ ਉਹ ਹਿੰਦੂਆਂ ਦਾ ਸੀ, ਉਹਦੇ ਵਿੱਚ ਇਸਤਰੀਆਂ ਦੀ ਹਾਲਤ ਜਿਹੜੀ ਸੀ ਬਹੁਤ ਮਾੜੀ ਸੀ। ਇਸ ਦੇ ਨਾਲ ਹੀ ਮੇਰਾ ਅੱਜ ਦਾ ਇਹ ਟੌਪਿਕ ਆ ਜਿਹੜਾ ਉਹ ਖਤਮ ਹੁੰਦਾ। ਆਈ ਹੋਪ